सूरज किरण मिली जल का जल हुआ राम। ज्योति ज्योत रली संपूर्ण थिया राम। हर हर जंदु एक है विभ विचार कश नाहे। जलते उपज तरंग ज्यों जल ही विखै समाहे। फिरत प्रभ आया परया तौ सरनाए। नानक की प्रभ बेनती अपनी भगति लाए। नानक की प्रभ बेनती अपनी भगति लाए। सतनाम श्री वाहिगुरु साहिब जी। श्लोक दखना महला पंजवा। कोरी परम वंजाए पीरी मोहब्बत हिक तू। जित हो वंजै जाए ते थाऊ मौजूद सोए। कोरी परम वंजाए पीरी मोहब्बत हिक तू। वाहिगुरु जी का खालसा वाहिगुरु जी की फतेह। आप सर्वत गुरु रूप साध संगत अत उच्चे श्रेष्ठ कर्मा वाले हो, जो कि अमृत वेले तो लै करके गुरुद्वारा श्री बंगला साहिब सवेर तो ही सेवावां निभा रहे हो, सिमरन च जुड़े हो। साडे तो पहला रागी जथे ने श्री आसा जी की वार का कीर्तन करके आप जी नूं निहाल किया है। उपरंत गुरमुख प्यारे सिंह साहिब जी ने जो लड़ीवार कथा चल रही है वो मूल पाठ आप जी नूं सरवण कराया हैगा। अज बहुत वड्डा इतिहासक दिन है। पुत्रां दे दानी साहिब कमाल साहिब श्री गुरु गोबिंद सिंह जी सच्चे पातशाह अज दे दिन ज्योति जोत समाए सी श्री हजूर साहिब विखे। बड़े बली जहान ते होए पैदा। लिस्ट वेखी बड़े बड़े दानियां दी, पर वाजां वालिया जदों तेरा नां आउंदा हद मुक जांदी है उदों कुरबानियां दी। पुत्रां दे दानी साहिब कमाल साहिब श्री गुरु गोबिंद सिंह पातशाह, जिन्हां दी शरीरक आयु 42 साल दी होई है। 42 सालां दी छोटी उम्र दे विच ओ महान कौतक कीते। मैं हूं परम पुरख को दासा, देखण आयो जगत तमाशा। कि होर दुनिया का कोई औलिया पीर पैगंबर कर नहीं सकिया। गुरु नानक साहिब जी का 10वां जामा तकरीबन 239 साल का समा पहले पातशाह तो लैके 10वें पातशाह तक बनता है। संसार दे विच शरीर करके विचरे। शरीर काल दे हुंदियां अगियानी जीवां नूं अगियानता दे विचों कढ के ज्ञान का प्रकाश हिरदियां च कीता। जदों सृष्टि की रचना हुई उदों अकाल पुरख वाहिगुरू जी का 3 जिहड़े मुखी देवते हन ब्रह्मा विष्णु ते शिव, उन्हां दे नाल वचन होया सी कि कलयुग के समय दे विच मैं 10 शरीर धारण करांगा। 10 देहां वखरे वखरे नां ते वखरे वखरे थां होणगे जिथे मैं देह नूं अपनी नूं प्रगट करांगा, पर जोत अते जुगत इक्को ही होवेगी। सो गुरु नानक साहब
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਿੱਚ ਕੋਈ ਭੇਦ ਨਹੀਂ, ਇੱਕੋ ਹੀ ਜੋਤ ਹੈ। ਲੈਣੇ ਦੀ ਫੇਰਾਈ ਹੈ, ਨਾਨਕਾ ਦੋਹੀ ਖੱਟੀ ਹੈ। ਜੋ ਤੂੰ ਹਾਂ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਕਲਗੀਧਰ ਜੀ ਨੇ ਆਨੰਦਪੁਰ ਛੱਡਿਆ, ਸਰਸਾ ਤੇ ਪਰਿਵਾਰ ਦਾ ਵਿਛੋੜਾ ਹੋਣਾ, ਉਸ ਤੋਂ ਬਾਅਦ ਤਪਦੇ ਭੱਠੇ ਨੂੰ ਠਾਰਨਾ, ਫਿਰ ਚਮਕੌਰ ਸਾਹਿਬ ਦੇ ਵਿੱਚ ਘਸਮਾਨ ਦਾ ਯੁੱਧ ਹੋਣਾ, ਤਾੜੀ ਮਾਰ ਕੇ ਉੱਥੋਂ ਨਿਕਲਣਾ ਤੇ ਕਹਿ ਦੇਣਾ ਹਿੰਦ ਦਾ ਪੀਰ ਜਾ ਰਿਹਾ, ਜੇ ਕਿਸੇ ਵਿੱਚ ਜੁਰਤ ਹੈ ਤਾਂ ਰੋਕ ਲਵੇ। ਉੱਥੋਂ ਫਿਰ ਮਾਛੀਵਾੜੇ ਦੇ ਜੰਗਲਾਂ ਨੂੰ ਭਾਗ ਲਾਉਣਾ, ਮਾਛੀਵਾੜੇ ਤੋਂ ਚੱਲ ਕੇ ਕਨੇਚਾ ਪਿੰਡ, ਹੋਰ ਹੇਰਾਂ ਪਿੰਡ ਵਿੱਚ ਦੀ ਹੁੰਦੇ ਹੋਏ ਆਲਮਗੀਰ, ਫਿਰ ਰਾਏਕੋਟ ਰਾਏ ਕੱਲੇ ਦੇ ਪਾਸ ਪਹੁੰਚਣਾ। ਉੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਆਪ ਜੀ ਨੂੰ ਮਿਲਣੀ। ਰਾਏਕੋਟ ਦੀ ਧਰਤੀ ਤੇ ਤੀਰ ਦੀ ਨੋਕ ਦੇ ਨਾਲ ਘਾਹੀ ਦੇ ਬੂਟੇ ਨੂੰ ਪੱਟ ਕੇ ਕਹਿ ਦੇਣਾ ਕਿ ਜਿਹੜੀ ਮੁਗਲਿਆ ਸਲਤਨਤ ਸੈਂਕੜੇ ਸਾਲਾਂ ਤੋਂ ਹਿੰਦੁਸਤਾਨ ਤੇ ਰਾਜ ਕਰ ਰਹੀ ਹੈ, ਅੱਜ ਮੈਂ ਉਸ ਮੁਗਲਿਆ ਸਲਤਨਤ ਦੀ ਜੜ ਪੱਟ ਦਿੱਤੀ ਹੈ। ਇਹ ਮੁਗਲਿਆ ਸਲਤਨਤ ਦੀ ਜੜ, ਇਹ ਜ਼ਾਲਮ ਰਾਜ ਦੀ ਜੜ ਕਲਗੀਧਰ ਸੱਚੇ ਪਾਤਸ਼ਾਹ ਨੇ ਪੱਟੀ ਹੈ। ਨਹੀਂ, ਇਹ ਮੁਗਲਿਆ ਸਲਤਨਤ ਦੀ ਜੜ ਨਹੀਂ ਸੀ ਪੱਟੀ ਜਾਣੀ। ਦੇਵੀ ਦੇਵ ਦਿਉਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਜੇ 10ਵੇਂ ਪਾਤਸ਼ਾਹ ਸੰਸਾਰ ਵਿੱਚ ਨਾ ਆਉਂਦੇ ਤਾਂ ਅੱਜ ਜ਼ਾਲਮਾਂ ਦਾ ਰਾਜ ਹੋਣਾ ਸੀ ਇੱਥੇ। ਆਪਣੇ ਪਰਿਵਾਰ, ਆਪਣੇ ਪਿਤਾ ਗੁਰੂ ਤੇਗ ਬਹਾਦਰ ਨੂੰ ਦਿੱਲੀ ਤੋਰਿਆ, ਜ਼ਾਲਮ ਔਰੰਗੇ ਦੇ ਸਿਰ 9ਵੇਂ ਪਾਤਸ਼ਾਹ ਨੇ ਆਪਣਾ ਦੇਹ ਰੂਪੀ ਠੀਕਰਾ ਭੰਨਿਆ। ਠੀਕਰ ਫੋਰ ਦਲੀਸ ਸਿਰ ਪ੍ਰਾਪੁਰ ਕੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਨਹੂ ਆਨ। ਇਹ ਸ਼੍ਰੀ 10ਵੇਂ ਗ੍ਰੰਥ ਸਾਹਿਬ ਦੇ ਵਿੱਚ ਆਪ ਜੀ ਲਿਖਦੇ ਹੈ। ਫੇਰ ਮਹਾਰਾਜ ਨੇ ਮੁਕਤਸਰ ਘਸਮਾਨ ਦਾ ਯੁੱਧ ਕਰਨਾ ਤੇ ਫਤਿਹ ਪ੍ਰਾਪਤ ਕਰਨੀ। ਦਮਦਮਾ ਸਾਹਿਬ ਆ ਕੇ ਕਮਰ ਕਸਾ ਖੋਲਣਾ ਤੇ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਆਪਣੀ ਰਸਨਾ ਤੋਂ ਅੰਤਰਜਾਮਤਾ ਦੇ ਨਾਲ ਭਾਈ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਦੇ ਪਾਸੋਂ ਲਿਖਵਾਉਣੀ। ਉੱਥੋਂ ਫਿਰ ਚੱਲ ਕੇ ਹੌਲੀ ਹੌਲੀ ਨਾਂਦੇੜ ਪਹੁੰਚਣਾ। ਬਹਾਦਰ ਸ਼ਾਹ ਦੇ ਪੁੱਤਰਾਂ ਦੇ ਵਿੱਚ ਰਾਜ ਭਾਗ ਵਾਸਤੇ ਲੜਾਈ ਹੋਈ ਔਰੰਗਜ਼ੇਬ ਦੇ ਪੁੱਤਰਾਂ 'ਚ। ਬਹਾਦਰ ਸ਼ਾਹ ਗੁਰੂ ਦੀ ਸ਼ਰਨ ਵਿੱਚ ਆਇਆ। ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਵਿਰਧ ਸੁਆਮੀ ਸੰਦਾ। ਜਿਹੜਾ ਗੁਰੂ ਦੀ ਸ਼ਰਨ 'ਚ ਆ ਜਾਵੇ, ਗੁਰੂ ਸਾਹਿਬ ਉਹਨੂੰ ਕੰਠ ਗਲੇ ਨਾਲ ਲਾਉਂਦੇ ਆ। ਫਿਰ ਔਰੰਗਜ਼ੇਬ ਦੇ ਪੁੱਤਰ ਤਾਰਾ ਆਜਮ ਨੂੰ ਮਾਰ ਕਰਕੇ ਬਹਾਦਰ ਸ਼ਾਹ ਨੂੰ ਰਾਜ ਤਿਲਕ ਦੇਣਾ। ਬਹਾਦਰ ਸ਼ਾਹ ਨਾਲ ਜਿਹੜਾ ਬਚਨ ਹੋਇਆ ਸੀ ਕਿ ਤੈਨੂੰ ਰਾਜ ਗੱਦੀ ਤਾਂ ਲੈ ਕੇ ਦੇ ਦੇਵਾਂਗੇ, ਪਰ ਜਿਨ੍ਹਾਂ ਜ਼ਾਲਮਾਂ ਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ, ਸਾਡੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਉਹਨਾਂ ਜ਼ਾਲਮਾਂ ਨੂੰ ਸਾਡੇ ਹਵਾਲੇ ਕਰ ਦੇ। ਬਾਅਦ ਵਿੱਚ ਬਹਾਦਰ ਸ਼ਾਹ ਮੁੱਕਰ ਗਿਆ ਸੀ। ਫਿਰ ਮਹਾਰਾਜ ਕਹਿਣ ਲੱਗੇ, ਆਖਰ ਤੂੰ ਔਰੰਗਜ਼ੇਬ ਦਾ ਹੀ ਖੂਨ ਹੈ ਤੇਰੀਆਂ ਨਸਾਂ 'ਚ। ਜਿਵੇਂ ਤੇਰਾ ਪਿਓ ਪੁਰਾਣ ਦੀ ਕਸਮ, ਕੁਰਾਨ ਦੀ ਕਸਮ ਖਾ ਕੇ ਮੁੱਕਰ ਗਿਆ ਸੀ, ਆਨੰਦਪੁਰ ਛੱਡ ਦੋ, ਉਹੀ ਹਾਲ ਤੈਂ ਕੀਤਾ। ਕੋਈ ਗੱਲ ਨਹੀਂ, ਮੇਰਾ ਇੱਕ ਬੰਦਾ ਮੈਂ ਭੇਜਾਂਗਾ ਜਿਹੜਾ ਜ਼ੁਲਮ ਰਾਜ ਦੀ ਜੜ ਪੱਟ ਦੇਵੇਗਾ। ਉਹ ਬੰਦਾ ਸਿੰਘ ਬਹਾਦਰ ਨੂੰ ਸੱਚੇ ਪਾਤਸ਼ਾਹ ਜੀ ਨੇ ਨਾਂਦੇੜ ਤੋਂ ਭੇਜਿਆ। 9 ਨੰਦ ਸੀਗੇ, 9 ਨੰਦਾਂ ਤੋਂ ਨਾਂਦੇੜ ਪਿਆ। ਕਿਉਂਕਿ ਸਮਾਂ ਨਹੀਂ ਵਿਸਤਾਰ ਵਿੱਚ ਜਾਣ ਦਾ, ਆਪਾਂ ਸ਼ਬਦ ਦੀ ਵਿਚਾਰ ਵੀ ਕਰਨੀ ਹੈ। ਫਿਰ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਜਾਣ ਦਾ ਸਮਾਂ ਨੇੜੇ ਆਇਆ ਦੇਖ ਕੇ, ਕੱਤਕ ਸੁਦੀ ਦੂਜ ਵਾਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲਾਇਆ ਸਾਰੀ ਕੌਮ ਨੂੰ। ਇਹ ਦੋਹਰਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੈ। ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ਼੍ਰੀ ਹਜੂਰ ਸਾਹਿਬ ਵਿਖੇ ਇੱਕ ਗੋਹਜ ਪੋਥੀ ਨਾਂ ਦਾ ਗ੍ਰੰਥ ਪਿਆ, ਉਹਦੇ ਵਿੱਚ ਇਹ ਸਾਰੇ ਦੋਹਰੇ ਲਿਖੇ ਹੋਏ ਨੇ।
ਕਈਆਂ ਨੇ ਕਹਿ ਦਿੱਤਾ ਇਹ ਗੁਰੂ ਗੋਬਿੰਦ ਸਿੰਘ ਦਾ ਦੋਹਰਾ ਨਹੀਂ, ਇਹ ਬਾਅਦ ਵਿੱਚ ਗਿਆਨੀ ਗਿਆਨ ਸਿੰਘ ਨੇ ਉਚਾਰਿਆ। ਇਸ ਗੱਲ ਦਾ ਫਾਇਦਾ ਪਖੰਡੀ ਅਤੇ ਦੇਹਧਾਰੀ ਗੁਰੂਆਂ ਨੇ ਬੜਾ ਲਿਆ ਵੀ ਇਹ ਤਾਂ ਬਾਅਦ ਚ ਉਚਾਰਿਆ। ਨਹੀਂ ਖਾਲਸਾ ਜੀ, ਇਹ ਗੁਰੂ ਗੋਬਿੰਦ ਸਿੰਘ ਦਾ ਦੋਹਰਾ ਹੈ। ਮਹਾਰਾਜ ਨੇ ਸਟ੍ਰਿਕਟਲੀ ਬੜੇ ਸਖਤ ਲਫ਼ਜ਼ਾਂ ਚ ਕਿਹਾ ਕਿ ਮੇਰਾ ਖਾਲਸਾ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਤੋਂ ਬਾਅਦ ਗੁਰੂ ਮੰਨੇ, ਕਿਸੇ ਵੀ ਦੇਹਧਾਰੀ ਨੂੰ ਆਪਣਾ ਗੁਰੂ ਕਰਕੇ ਨਾ ਮੰਨੇ। ਇਹ ਕਲਗੀਧਰ ਜੀ ਨੇ ਬਚਨ ਕੀਤਾ। ਕੱਤਕ ਸੁਦੀ ਦੂਜ ਵਾਲੇ ਦਿਨ ਜਦੋਂ ਗੁਰੂ ਤਾਂ ਗੱਦੀ ਬਖਸ਼ੀ, ਭਾਈ ਮਣੀ ਸਿੰਘ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਹਰ ਸਿੰਘ ਜੀ, ਇਹਨਾਂ ਸਿੰਘਾਂ ਨੂੰ ਮਹਾਰਾਜ ਨੇ ਪੰਜਾਂ ਪਿਆਰਿਆਂ ਚ ਲਾਇਆ ਸੀਗਾ। ਭਾਈ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਧਰਮ ਸਿੰਘ ਜੀ, ਕਿਉਂਕਿ ਭਾਈ ਦਇਆ ਸਿੰਘ ਜੀ ਚੜ੍ਹਾਈ ਕਰ ਗਏ ਸੀ ਤੇ 3 ਪਿਆਰੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਸੀਗੇ। ਸੋ ਕਲਗੀਧਰ ਜੀ ਨੇ ਫਿਰ ਕੱਤਕ ਸੁਦੀ ਦੂਜ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਾਂ ਗੱਦੀ ਬਖਸ਼ੀ ਹੈ। ਕੱਤਕ ਸੁਦੀ ਪੰਚਮੀ ਵਾਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਸਮੇਤ ਸ਼ਾਸਤਰ ਸਜਾ ਕਰਕੇ ਚਿਖਾ ਤੇ ਬੈਠੇ ਐ ਤੇ ਸਤਿਗੁਰੂ ਮਹਾਰਾਜ ਭਾਣਾ ਵਰਤਾ ਗਏ। ਅੱਜ ਦੇ ਦਿਨ ਜੋਤੀ ਜੋਤ ਸਮਾਈ ਸੀ। ਇਹ ਸਤਿਗੁਰੂ ਮਹਾਰਾਜ ਦੀ ਖੇਡ ਸੀ। ਸਰਹੰਦ ਵਾਲੇ ਵਜੀਦੇ ਨੇ ਮਹਾਰਾਜ ਤੇ ਹਮਲਾ ਵੀ ਕਰਵਾਇਆ, ਪਠਾਣਾ ਨੂੰ ਭੇਜਿਆ। ਪਹਿਲਾਂ ਉਹ ਵਫਾਦਾਰ ਬਣ ਕੇ ਰਹੇ। ਮਹਾਰਾਜ ਜਾਣਦੇ ਸੀ ਵੀ ਇਹਨਾਂ ਦੇ ਮਨ 'ਚ ਖੋਟ ਹੈ। ਇਹ ਖੇਡ ਹੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਦੀ। ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਖੇਡ ਸੀ। ਸੱਚੇ ਪਾਤਸ਼ਾਹ ਦੀ ਕਿਹਦੀ ਤਾਕਤ ਸੀ? ਮਹਾਰਾਜ ਤੇ ਛੁਰੇ ਦਾ ਵਾਰ ਕਰ ਦਿੰਦਾ, ਤੇ ਜਿਨ੍ਹਾਂ ਨੇ ਵਾਰ ਕੀਤਾ ਛੁਰੇ ਦਾ ਉਹਨਾਂ ਨੂੰ ਮੌਕੇ ਤੇ ਝਟਕਾ ਦਿੱਤਾ ਸੀ ਤੇ ਇੱਕ ਨੂੰ ਸਿੰਘਾਂ ਨੇ ਖਤਮ ਕਰ ਦਿੱਤਾ ਸੀ। सूरज किरण मिली जल का जल हुआ राम, ज्योति ज्योत रली संपूर्ण थिया राम। महाराज शास्त्र सजा करके, महाराज दा बचन है बिना शास्त्र के नरंग भेड़ जानो, पाकर ताहे कान हूं किते लै सधानो। एही मोर आग्या सुनो हे प्यारे, बिना शास्त्र के संग ना देव हूं ददारे। मेरा सिख शास्त्र तो बिना ते केसां तो बिना मेरे कोले ना आवे, मैं तैनू दर्शन नहीं सिखा देने। ਅੱਜ ਬੜਾ ਚੱਲਿਆ, ਜੇ ਸ਼ਾਸਤਰ ਚੁੱਕ ਲਈਏ, ਕੋਈ ਹਥਿਆਰ ਚੁੱਕ ਲਈਏ, ਕਹਿ ਦੇਣਗੇ ਜੀ ਬਾਬਿਆਂ ਨੂੰ ਕੀ ਲੋੜ ਪੈਗੀ ਗਨ ਚੁੱਕ ਕੇ ਪ੍ਰਚਾਰ ਕਰਨ ਦੀ, ਪ੍ਰਚਾਰਕਾਂ ਨੂੰ ਕੀ ਲੋੜ ਪੈਗੀ ਹਥਿਆਰ ਰੱਖਣ ਦੀ। ਹੋਰ ਖਾਲਸਾ ਜੀ ਹਥਿਆਰ ਖੁਸਰੇ ਰੱਖਿਆ ਕਰਨਗੇ, ਹੋਰ ਪ੍ਰਚਾਰਕ ਕੜਛੀਆਂ ਚੁੱਕ ਲੈਣ। ਮਹਾਰਾਜ ਦਾ ਬਚਨ ਹੈ ਬਿਨਾ ਸ਼ਾਸਤਰ ਕੇਸੰ ਨਰੰਗ ਭੇਡ ਜਾਨੋ, ਬਿਨਾ ਹਥਿਆਰ ਤੇ ਕੇਸਾਂ ਤੋਂ ਮੇਰੇ ਕੋਲੇ ਨਾ ਆਈ, ਮੈਂ ਤੈਨੂੰ ਦਰਸ਼ਨ ਨਹੀਂ ਦੇਣੇ। ਆਪਾਂ ਪੁੱਤਰ ਕਿਹਦੇ ਆ? ਪੁੱਤਰਾਂ ਦੇ ਦਾਨੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੁੱਤਰਾਂ। ਜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੇ ਸ਼ਾਸਤਰ ਨਹੀਂ ਰੱਖਣੇ, ਹੋਰ ਕੌਣ ਰੱਖੂਗਾ? ਪੰਜੇ ਕਕਾਰਾਂ ਦੇ ਵਿੱਚੋਂ ਆ ਕਿਰਪਾਨ ਕੀ ਹੈ? ਸ਼ਾਸਤਰ ਪਹਿਨਾਇਆ ਮਹਾਰਾਜ ਨੇ ਸਵੈ ਰੱਖਿਆ ਵਾਸਤੇ। ਹਾਂ, ਦੂਸਰਾ ਪੱਖ ਇਹ ਵੀ ਹੈ, ਜੇ ਕੋਈ ਸ਼ਾਸਤਰ ਰੱਖ ਕੇ, ਕੋਈ ਹਥਿਆਰ ਰੱਖ ਕੇ ਕਿਸੇ ਤੇ ਜ਼ੁਲਮ ਕਰਦਾ ਹੈ, ਕਿਸੇ ਦਾ ਘਰ ਲੁੱਟਦਾ ਹੈ, ਕਿਸੇ ਦੀ ਦੁਕਾਨ ਲੁੱਟਦਾ ਹੈ, ਕਿਸੇ ਦੀ ਇੱਜ਼ਤ ਲੁੱਟਦਾ ਹੈ, ਕਲਗੀਧਰ ਜੀ ਕਹਿੰਦੇ ਉਹ ਮੇਰਾ ਸਿੱਖ ਨਹੀਂ ਹੋ ਸਕਦਾ। ਸ਼ਾਸਤਰ ਸਵੈ ਰੱਖਿਆ ਵਾਸਤੇ, ਮਜਲੂਮਾਂ ਦੀ ਰੱਖਿਆ ਵਾਸਤੇ ਰੱਖਣੇ ਹਨ, ਕਿਸੇ ਪ੍ਰਕਾਰ ਦੀ ਗੁੰਡਾਗਰਦੀ ਜਾਂ ਬਦਮਾਸ਼ੀ ਕਰਨ ਵਾਸਤੇ ਨਹੀਂ। ਸੋ ਆਓ ਕਿਰਪਾਨ ਪਾਨ ਧਾਰਿਅੰ ਕਰੋੜ ਪਾਪ ਟਾਰਿਅੰ, ਸ਼੍ਰੀ ਦਸਮ ਗ੍ਰੰਥ ਵਿੱਚ ਬਚਨ ਹਨ। ਜਿਹੜਾ ਸਿੱਖ ਕਿਰਪਾਨ ਪਾ ਲੈਂਦਾ, ਅੰਮ੍ਰਿਤ ਪਾਨ ਕਰਦਾ, ਉਹਦੇ ਕਰੋੜਾਂ ਪਾਪ ਕੱਟੇ ਜਾਂਦੇ ਹਨ। ਕਈ ਅੰਮ੍ਰਿਤ ਤਾਂ ਛਕ ਲੈਂਦੇ ਐ, ਪਰ ਕਕਾਰਾਂ ਦੀ ਰਹਿਤ ਨਹੀਂ ਰੱਖਦੇ। ਕਕਾਰਾਂ ਦੀ ਰਹਿਤ ਰੱਖਣੀ ਬੜੀ ਜ਼ਰੂਰੀ ਹੈ। ਬਚਨ ਆਉਂਦੇ ਹਨ, ਨਿਸ਼ਾਨੇ ਸਿੱਖੀ 5 ਹਰਫ ਕਾਫ, ਹਰਗਿਜ਼ ਨਾ ਬਾਸ਼ਦੀ 5 ਮੁਆਫ। ਜੇ 5 ਕਕਾਰਾਂ ਚੋਂ ਇੱਕ ਵੀ ਕਕਾਰ ਨਹੀਂ ਪਾਇਆ, ਤੈਨੂੰ ਮਾਫੀ ਨਹੀਂ ਮਿਲ ਸਕਦੀ। ਕੜਾ, ਕਿਰਪਾਨ, ਕਸ਼ਹਿਰਾ, ਕੰਘਾ ਤੇ ਕੇਸ, ਜੇ 5 ਚੋਂ ਇੱਕ ਵੀ ਤੈਨੂੰ ਮਾਫ ਨਹੀਂ। ਕਈ ਅੰਮ੍ਰਿਤ ਛਕ ਲੈਂਦੇ ਐ ਪਰ ਕਿਰਪਾਨ ਨਹੀਂ ਪਾਉਂਦੇ, ਕਹਿੰਦੇ ਚੁਭਦੀ ਐ, ਭਾਰ ਜਾ ਲੱਗਦਾ ਹੈ। ਭਾਈ ਫਿਰ ਅੰਮ੍ਰਿਤ ਪਾਨ ਕਰਨ ਦਾ ਕੀ ਫਾਇਦਾ? ਧੋਖੇ
ਭੁੱਖੇ ਵਾਲੀ ਰਹਿਤ ਨਹੀਂ ਰੱਖਣੀ। ਕਈ ਸਟੇਜ ਤੇ ਪਾ ਲੈਂਦੇ ਨੇ ਗਾਤਰਾ ਵੀ ਵੱਡਾ, ਕਸ਼ਹਿਰਾ ਵੀ ਗੋਡਿਆਂ ਤੋਂ ਨੀਵਾਂ, ਕੰਘਾ ਵੀ ਵੱਡਾ ਸਾਰਾ, ਦਿਖਾਉਣ ਵਾਸਤੇ ਵੀ ਸੰਗਤ 'ਚ ਪ੍ਰਭਾਵ ਪਵੇ। ਤੇ ਖਾਲਸਾ ਜੀ ਜਦੋਂ ਕਮਰੇ 'ਚ ਜਾਂਦੇ ਐ, ਰਾਤ ਨੂੰ ਕਕਾਰ ਨਹੀਂ ਲੱਭਦੇ, ਕਿਰਪਾਨ ਕਿਤੇ ਹੋਰ, ਕੰਘਾ ਕਿਤੇ ਹੋਰ। ਇਹ ਆਪਾਂ ਕਿਹਨੂੰ ਧੋਖਾ ਦੇ ਰਹੇ ਹਾਂ? ਗੁਰੂ ਨੂੰ ਤਾਂ ਆਪਾਂ ਠੱਗ ਨਹੀਂ ਸਕਦੇ, ਇਹ ਆਪਾਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਕਿਉਂਕਿ ਗੁਰੂ ਨਾ ਹੋ ਮਰੇ ਨਾ ਠਾਗੇ ਜਾਹੇ। ਇਹਨਾਂ ਗੱਲਾਂ ਦਾ ਲੇਖਾ ਦੇਣਾ ਪੈਂਦਾ ਅਕਾਲ ਪੁਰਖ ਦੀ ਦਰਗਾਹ 'ਚ। ਸਟੇਜ ਤੋਂ ਬਚਨ ਉਹਨਾਂ ਕਰੀਏ ਜਿੰਨਾ ਨਿਭਾ ਸਕਦੇ ਹੋਈਏ। ਕਈ ਬੜੇ ਧਰਮ ਦੇ ਠੇਕੇਦਾਰ ਬਣੇ ਫਿਰਦੇ ਐ ਵੀ ਅਸੀਂ ਬੜੇ, ਸਾਡੇ ਸਿਰ ਤੇ ਪੰਥ ਚੱਲਦਾ ਹੈ, ਤੇ ਆਪਣੇ ਪਰਿਵਾਰ ਨੂੰ ਸੁਧਾਰ ਨਹੀਂ ਸਕਦੇ। ਸਭ ਤੋਂ ਪਹਿਲਾਂ ਪ੍ਰਚਾਰਕ ਨੂੰ ਆਪਣੇ ਘਰੋਂ ਪ੍ਰਚਾਰ ਸ਼ੁਰੂ ਕਰਨਾ ਚਾਹੀਦਾ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਜੇ ਪ੍ਰਚਾਰਕ ਦਾ ਆਪਣਾ ਪਰਿਵਾਰ ਹੀ ਅੰਮ੍ਰਿਤਧਾਰੀ ਨਹੀਂ, ਕੀ ਕਿਸੇ ਤੇ ਅਸਰ ਪਊਗਾ? ਇਸ ਕਰਕੇ ਆਓ ਖਾਲਸਾ ਜੀ, ਕਲਗੀਧਰ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ, ਪਰ ਉਸ ਤੋਂ ਪਹਿਲਾਂ ਮਹਾਰਾਜ ਕਿੰਨੀ ਵੱਡੀ ਦੇਣ ਸੰਸਾਰ ਨੂੰ ਦੇ ਕੇ ਗਏ। ਗਿੱਦੜਾਂ ਤੋਂ ਸ਼ੇਰ ਬਣਾਇਆ, 1.25 ਲੱਖ ਸੇ ਇੱਕ ਲੜਾਊਂ, ਤਵੈ ਗੋਬਿੰਦ ਸਿੰਘ ਨਾਮ ਕਹਾਊਂ। ਸ਼੍ਰੀ ਦਸਮ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਚਨਾ ਕੀਤੀ। ਦਸਮ ਗ੍ਰੰਥ ਦੇ ਜਾਪ ਸਾਹਿਬ ਦੇ ਅਰਥ ਆਨੰਦਪੁਰ ਸਾਹਿਬ ਪੜ੍ਹਾਏ। ਬਾਕੀ ਸਾਰੇ ਅਰਥ ਮਹਾਰਾਜ ਨੇ ਦਸਮ ਗ੍ਰੰਥ ਦੇ ਹਜੂਰ ਸਾਹਿਬ ਜਾ ਕੇ ਪੜ੍ਹਾਉਣਾ ਕੀਤੇ ਹੈ। ਦਸਮ ਦੀ ਬਾਣੀ ਸਿਪਾਹੀ ਬਣਾਉਂਦੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਤ ਬਣਾਉਂਦੀ ਹੈ। ਖਾਲਸਾ ਕੱਲਾ ਸੰਤ ਨਹੀਂ, ਮਹਾਰਾਜ ਨੇ ਖਾਲਸੇ ਨੂੰ ਸੰਤ ਸਿਪਾਹੀ ਬਣਾਇਆ। ਜੇ ਤੇਰੇ ਇੱਕ ਹੱਥ ਵਿੱਚ ਮਾਲਾ ਹੈ, ਦੂਸਰੇ ਹੱਥ ਵਿੱਚ ਤੇਰੇ ਸ਼੍ਰੀ ਸਾਹਿਬ ਹੋਣੀ ਚਾਹੀਦੀ ਹੈ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦੇਊ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਖਾਲਸਿਆ, ਜਿੰਨਾ ਸਮਾਂ ਤੂੰ ਪੰਜੇ ਕਕਾਰਾਂ ਦਾ ਧਾਰਨੀ ਹੋ ਕਰਕੇ ਸੰਸਾਰ ਤੋਂ ਵੱਖਰਾ ਰਹੇਗਾ, ਅੰਮ੍ਰਿਤ ਵੇਲੇ ਦੀ ਸੰਭਾਲ ਬਾਣੀ ਬਾਣੇ ਦਾ ਧਾਰਨੀ ਹੋਵੇਗਾ, ਮੇਰਾ ਪੂਰਾ ਆਸ਼ੀਰਵਾਦ, ਮੇਰਾ ਹੱਥ ਤੇਰੇ ਸਿਰ ਤੇ ਹੋਵੇਗਾ। ਤੇ ਜਦੋਂ ਤੂੰ ਵਿਪਰਾਂ ਵਾਲੀਆਂ ਰੀਤਾਂ ਤੇ ਪਖੰਡ 'ਚ ਪੈ ਜਾਵੇਂਗਾ, ਸ਼ਾਸਤਰਾਂ ਦਾ ਤਿਆਗ ਕਰ ਦੇਵੇਂਗਾ, ਬਾਣੀ ਨਹੀਂ ਪੜ੍ਹੇਗਾ, ਹਰ ਸਮੇਂ ਬਾਣੀ ਤੇ ਕਿੰਤੂ ਪ੍ਰੰਤੂ ਕਰੇਗਾ, ਫਿਰ ਭਾਈ ਮੈਂ ਤੇਰੇ ਤੇ ਭਰੋਸਾ ਨਹੀਂ ਕਰਨਾ, ਫਿਰ ਮੇਰਾ ਰਿਸ਼ਤਾ ਤੇਰੇ ਨਾਲੋਂ ਖਤਮ ਹੈ। ਆ 10ਵੇਂ ਪਾਤਸ਼ਾਹ ਦੀ ਬਾਣੀ ਤੇ ਕਿੰਤੂ ਪ੍ਰੰਤੂ ਕਰੀ ਜਾਂਦੇ ਆ। ਐਡੀ ਵੱਡੀ ਕੁਰਬਾਨੀ ਕਲਗੀਧਰ ਜੀ ਦੀ, ਕਹਿੰਦੇ 10ਮ ਗ੍ਰੰਥ ਬਾਣੀਓ ਨਹੀਂ ਮਹਾਰਾਜ ਦੀ। ਜੇ 10ਮ ਗ੍ਰੰਥ ਨੂੰ ਕੱਢ ਦਿਆਂਗੇ, ਖਾਲਸਾ ਕਿੱਥੋਂ ਬਣੂ? ਜਿਹੜੀਆਂ 5 ਬਾਣੀਆਂ ਹਨ, ਅੰਮ੍ਰਿਤ ਛਕਾਉਣ ਵੇਲੇ 5 ਪਿਆਰੇ ਪੜ੍ਹਦੇ ਐ, 3 ਬਾਣੀਆਂ ਤਾਂ 10ਮ ਦੀਆਂ ਨੇ। ਸੰਤ ਤੇ ਸਿਪਾਹੀ ਦਾ ਸੁਮੇਲ ਕਲਗੀਧਰ ਜੀ ਨੇ ਖਾਲਸੇ ਨੂੰ ਬਣਾਇਆ। ਸਤਿਗੁਰੂ ਮਹਾਰਾਜ ਸੱਚਖੰਡ ਗਮਨ ਕਰ ਗਏ, ਸੰਗਤਾਂ ਦੇ ਵਿੱਚ ਬੜਾ ਬੈਰਾਗ ਛਾਇਆ। ਹਜੂਰ ਸਾਹਿਬ ਦੇ ਪਹਿਲੇ ਜਥੇਦਾਰ ਭਾਈ ਸੰਤੋਖ ਸਿੰਘ ਜੀ ਹੋਏ। ਬੜੀ ਵੱਡੀ ਦੇਣ ਸਤਿਗੁਰੂ ਮਹਾਰਾਜ ਦੇ ਕੇ ਗਏ। ਅੱਜ ਵੀ ਸਾਧ ਸੰਗਤ ਮਹਾਰਾਜ ਕਿਤੇ ਗਏ ਨਹੀਂ, ਸ਼ਰੀਰ ਓਲੇ ਕਰਿਆ। ਮਾਤਾ ਸਾਹਿਬ ਕੌਰ ਜੀ ਉਸ ਸਮੇਂ ਮੌਜੂਦ ਸੀ, ਬਾਅਦ ਵਿੱਚ ਮਾਤਾ ਜੀ ਦਿੱਲੀ ਆਏ ਹੈ। ਕਲਗੀਧਰ ਜੀ ਨੇ ਜਦੋਂ ਸੱਚਖੰਡ ਜਾਣ ਦਾ ਤਿਆਰਾ ਕੀਤਾ, ਮਾਤਾ ਜੀ ਵਿਰਾਗ 'ਚ ਆ ਗਏ, ਸੱਚੇ ਪਾਤਸ਼ਾਹ ਮੈਂ ਤਾਂ ਆਪ ਜੀ ਦੇ ਦਰਸ਼ਨ ਕਰੇ ਬਿਨਾਂ ਪ੍ਰਸ਼ਾਦਾ ਨਹੀਂ ਛਕਦੀ, ਹੁਣ ਕਿਵੇਂ ਲੰਘੂਗਾ ਸਮਾਂ? ਕਹਿਣ ਲੱਗੇ, ਜਦੋਂ ਤੁਸੀਂ ਨਿਤਨੇਮ ਕਰੋਗੇ, ਅੰਮ੍ਰਿਤ ਵੇਲੇ ਨਿਤਨੇਮ ਕਰਕੇ ਸ਼ਾਸਤਰਾਂ ਦੇ ਦਰਸ਼ਨ ਕਰੋਗੇ, ਤਾਂ ਸ਼ਾਸਤਰਾਂ ਦੇ ਵਿੱਚੋਂ ਮੇਰੇ ਦਰਸ਼ਨ ਹੋ ਜਾਇਆ ਕਰਨਗੇ। ਐਡੀ ਵੱਡੀ ਮਹਾਨਤਾ ਹੈ ਸ਼ਾਸਤਰਾਂ ਦੀ। ਸ਼ਾਸਤਰ ਅਤੇ ਸ਼ਾਸਤਰ ਦਾ ਸੁਮੇਲ ਖਾਲਸੇ ਨੂੰ ਹੋਣਾ ਚਾਹੀਦਾ। ਗ੍ਰੰਥ ਵੀ ਪੜ੍ਹੇ ਖਾਲਸਾ, ਵਿਦਵਾਨ ਵੀ ਹੋਵੇ, ਤੇ ਨਾਲ ਨਾਲ ਖਾਲਸਾ ਸਿਪਾਹੀ ਵੀ ਹੋਣਾ ਚਾਹੀਦਾ। ਆਓ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਕਰੋੜਾਂ ਵਾਰੀ ਪ੍ਰਣਾਮ। ਹੇ ਦਸ਼ਮੇਸ਼ ਪਿਤਾ, ਤੁਹਾਡਾ ਦੇਣਾ ਨਹੀਂ ਇਹ ਹਿੰਦੁਸਤਾਨ ਦੇ ਸਕਦਾ। ਜੇ ਤੁਸੀਂ ਆਪਣੇ ਪਿਤਾ ਨੂੰ ਉਹਨਾਂ ਬ੍ਰਾਹਮਣਾਂ ਦੀ ਪੁਕਾਰ ਸੁਣ ਕੇ ਸਨਾਤਨ ਧਰਮ ਦੀ ਰੱਖਿਆ ਲਈ ਦਿੱਲੀ ਨਾ ਭੇਜਦੇ,
ਗੁਰੂ ਤੇਗ ਬਹਾਦਰ ਇੱਥੇ ਸੀਸ ਦਾ ਬਲੀਦਾਨ ਨਾ ਦਿੰਦੇ ਤਾਂ ਅੱਜ ਵੀ ਇੱਥੇ ਇਸਲਾਮ ਦਾ ਹੀ ਬੋਲਬਾਲਾ ਹੋਣਾ ਸੀ। ਇਹ ਕਲਗੀਧਰ ਸੱਚੇ ਪਾਤਸ਼ਾਹ ਦੀ ਦੇਣ ਹੈ। ਹਜ਼ਾਰਾਂ ਸਾਲ ਰਾਜ ਕਰਨ ਵਾਲੀ ਮੁਗਲਿਆ ਸਲਤਨਤ ਦੀ ਜੜ ਪੱਟ ਕੇ ਰੱਖ ਦਿੱਤੀ। ਅੰਮ੍ਰਿਤ ਵੇਲੇ 5 ਬਾਣੀਆਂ, ਰਹਿਰਾਸ ਸ਼ਾਮ ਨੂੰ, ਕੀਰਤਨ ਸੋਹਿਲਾ ਸੌਣ ਵੇਲੇ, ਇਹਨਾਂ 7 ਬਾਣੀਆਂ ਦਾ ਨਿਤਨੇਮ ਗੁਰੂ ਕੇ ਸਿੱਖ ਨੂੰ ਹੋਣਾ ਚਾਹੀਦਾ ਹੈ। ਵੱਧ ਜਿੰਨੀ ਮਰਜ਼ੀ ਬਾਣੀ ਪੜ੍ਹ ਲਵੇ। ਆਓ ਪੰਚਮ ਪਿਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਗੁਰੂ ਅਰਜਨ ਦੇਵ ਗੁਰੂ ਤੇਗ ਬਹਾਦਰ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੜਦਾਦਾ ਜੀ ਲੱਗਦੇ ਸੀ। ਗੁਰੂ ਅਰਜਨ ਸਾਹਿਬ ਗੁਰੂ ਤੇਗ ਬਹਾਦਰ ਦੇ ਦਾਦਾ ਜੀ ਲੱਗਦੇ ਸੀ। ਇੰਤਫਾਕ ਦੇਖੋ, ਕੁਦਰਤ ਦਾ ਕ੍ਰਿਸ਼ਮਾ ਦੇਖੋ। ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਦਾਦਾ ਪੋਤਾ, ਇਹਨਾਂ ਨੇ ਸ਼ਾਂਤਮਈ ਸ਼ਹੀਦੀ ਦਿੱਤੀ। 5ਵੇਂ ਜਾਮੇ ਚ ਤੱਤੀ ਤਵੀ ਤੇ ਬੈਠ ਗਏ, 9ਵੇਂ ਜਾਮੇ ਚ ਸੀਸ ਦਾ ਬਲੀਦਾਨ ਦੇ ਦਿੱਤਾ। ਸ਼ਾਂਤਮਈ। 6ਵਾਂ ਤੇ 10ਵਾਂ ਜਾਮਾ 6ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾਦਾ ਜੀ ਲੱਗਦੇ ਸੀ। ਇੱਕ ਦਾਦੇ ਪੋਤੇ ਨੇ ਸ਼ਾਂਤਮਈ ਸ਼ਹਾਦਤ ਦੇ ਦਿੱਤੀ ਤੇ ਦੂਸਰੇ ਪਾਸੇ ਇੱਕ ਦਾਦੇ ਪੋਤੇ ਨੇ ਖੰਡਾ ਖੜਕਾਇਆ। ਜੋ ਸ੍ਰਿਸ਼ਟੀ ਦੀ ਰਚਨਾ ਵੇਲੇ ਬਚਨ ਕੀਤਾ ਸੀ ਕਿ ਮੇਰੇ 10 ਜਾਮਿਆਂ ਦੇ ਵਿੱਚੋਂ 2 ਜਾਮੇ ਮੇਰੇ ਐਸੇ ਹੋਣਗੇ, ਸ਼ਬਦ ਦੇ ਖੰਡੇ ਦੇ ਨਾਲ ਮੈਂ ਪ੍ਰਤੱਖ ਖੰਡਾ ਫੇਰਾਂਗਾ। ਉਹ ਜਾਮੇ ਸੀ 6ਵਾਂ ਜਾਮਾ ਤੇ 10ਵਾਂ ਜਾਮਾ। 6ਵੇਂ ਜਾਮੇ 'ਚ 4 ਜੰਗਾਂ, 10ਵੇਂ ਜਾਮੇ 'ਚ 14 ਜੰਗਾਂ ਮਹਾਰਾਜ ਨੇ ਕੀਤੀਆਂ ਤੇ ਜ਼ਾਲਮਾਂ ਦੇ ਦੰਦ ਖੱਟੇ ਕੀਤੇ ਐ। ਹੁਣ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਨੂੰ ਕਲਯੁਗ ਦੇ ਜੀਵਾਂ ਨੂੰ ਲੜੀਵਾਰ ਜੋ ਕਥਾ ਚੱਲ ਰਹੀ ਹੈ, ਕੀ ਗਿਆਨ ਉਪਦੇਸ਼ ਦੇ ਰਹੇ ਹਨ, ਸਰਵਣ ਕਰੋ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਦਖਣਾ ਮਹੱਲਾ 5ਵਾਂ। ਸ਼ਲੋਕ ਦਖਣਾ। ਦਖਣੇ ਦਾ ਕੀ ਅਰਥ ਹੈ? ਇੱਕ ਲੰਮਾ ਦੇਸ਼ ਹੈ, ਲੰਮੇ ਦੇਸ਼ ਦੀ ਬੋਲੀ ਹੈ। ਲੰਮੇ ਦੇਸ਼ ਦੀ ਬੋਲੀ ਦੇ ਵਿੱਚ ਸ਼ਲੋਕ ਨੂੰ ਦਖਣਾ ਕਿਹਾ ਜਾਂਦਾ ਹੈ। ਦਖਣੇ ਦਾ ਅਰਥ ਹੁੰਦਾ ਦੇਣਾ, ਦਾਨ ਕਰਨਾ। ਇੱਥੇ ਮਹਾਰਾਜ ਸਾਨੂੰ ਕੀ ਦੇ ਰਹੇ ਆ, ਕੀ ਦਾਨ ਕਰ ਰਹੇ ਨੇ? ਗਿਆਨ ਉਪਦੇਸ਼। 5ਵੇਂ ਪਾਤਸ਼ਾਹ ਸਾਨੂੰ ਗਿਆਨ ਉਪਦੇਸ਼ ਬਖਸ਼ ਰਹੇ ਹਨ। ਕੋਰੀ ਭਰਮ ਵੰਜਾਏ ਪੀਰੀ ਮੁਹੱਬਤ ਹਿਕ ਤੂ, ਜਿਤ ਹੋ ਵੰਜੈ ਜਾਏ ਤੇ ਥਾਉ ਮਾਜੂਦ ਸੋਏ। ਭੋਰੀ ਦਾ ਅਰਥ ਹੁੰਦਾ ਰੰਚਕ ਮਾਤਰ। ਇੱਕ ਭੋਰੀ ਦਾ ਅਰਥ ਹੁੰਦਾ ਭਰਮ। ਭੋਰੀ ਦਾ ਅਰਥ ਹੁੰਦਾ ਰੰਚਕ ਮਾਤਰ, ਇੱਕ ਭੋਰੀ ਦਾ ਅਰਥ ਹੁੰਦਾ ਭੋਲੀ, ਜਿਵੇਂ ਭੋਲਾ ਸੁਭਾਅ। ਇਹ ਸੱਚੇ ਪਾਤਸ਼ਾਹ, ਮੇਰੀ ਬਿਰਤੀ ਬੜੀ ਭੋਲੀ ਹੈ, ਅਣਜਾਣ ਹੈ। ਕਿਰਪਾ ਕਰੋ, ਮੇਰੇ ਅੰਦਰੋਂ ਭਰਮ ਦਾ ਪਰਦਾ ਲਾ ਦਿਓ, ਮੇਰੇ ਅੰਦਰ ਗਿਆਨ ਦਾ ਦੀਪ ਜਗਾ ਦਿਓ। ਵੰਝਾਏ ਪਿਰੀ ਮੁਹੱਬਤ ਹਿਕ ਤੂੰ। ਇਹ ਪਿਰੀ ਤੋਂ ਭਾਵ ਪਰਮੇਸ਼ਰ, ਤੇਰੀ ਮੁਹੱਬਤ ਮੇਰੇ ਅੰਦਰ ਪੈਦਾ ਹੋ ਜਾਵੇ, ਐਸੀ ਕਿਰਪਾ ਕਰੋ। ਜਦੋਂ ਤੁਹਾਡਾ ਪਿਆਰ ਵੈਰਾਗ ਮੇਰੇ ਅੰਦਰ ਪੈਦਾ ਹੋ ਜਾਵੇਗਾ, ਜਿਹੜੀ ਮੇਰੀ ਬਿਰਤੀ ਭੋਲੀ ਹੈ, ਅਣਜਾਣ ਹੈ, ਉਹਦੇ ਅੰਦਰੋਂ ਭਰਮ ਦਾ ਪਰਦਾ ਲੈ ਜਾਊਗਾ। ਜਾਂ ਦੂਸਰਾ ਇਹਦਾ ਅਰਥ ਹੈ ਭੋਰੀ ਭਰਮ, ਜਿਹੜਾ ਅੰਦਰ ਭਰਮ ਹੈ। ਜਦੋਂ ਰੰਚਕ ਮਾਤਰ ਵੀ ਸੁਰਤੀ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਗਈ, ਪਿਆਰ ਪੈ ਗਿਆ, ਉਹ ਭਰਮ ਦਾ ਅੰਦਰੋਂ ਨਾਸ਼ ਹੋ ਜਾਂਦਾ ਹੈ। ਜਿੱਥੋਂ ਵੰਝੇ ਜਾਏ, ਜਿੱਥੋਂ ਵੀ ਮੈਂ ਜਾਵਾਂ, ਕਹਿਣ ਤੋਂ ਭਾਵ ਮੈਂ ਜਿੱਥੋਂ ਤੁਰਿਆ ਹਾਂ, ਜਿੱਥੇ ਤੁਰ ਰਿਹਾ ਹਾਂ ਤੇ ਜਿੱਥੇ ਮੈਂ ਜਾਣਾ, ਹਰ ਜਗ੍ਹਾ ਤੇ ਤੂੰ ਮੌਜੂਦ ਹੈ। ਪਾਸਟ, ਪ੍ਰੈਜੈਂਟ ਐਂਡ ਫਿਊਚਰ, ਤਿੰਨੇ ਕਾਲਾਂ ਦੇ ਵਿੱਚ ਤੂੰ ਸਤ ਹੈ। ਬਾਕੀ ਸੰਸਾਰ ਚਲਾਏਮਾਨ ਹੈ, ਨਾਸ਼ਵੰਤ ਹੈ। ਜਿੱਥੋਂ ਵੰਝੇ ਜਾਏ ਤੇ ਥਾਊ ਮੌਜੂਦ ਸੋਏ। ਜਿੱਥੋਂ ਵੀ ਮੈਂ ਜਾਵਾਂ, ਸੱਚੇ ਪਾਤਸ਼ਾਹ, ਜਾਂ ਮੈਂ ਜਾ ਰਿਹਾ ਤੇ ਜਿੱਥੇ ਪਹੁੰਚਾਂਗਾ,
हर जगह तू मौजूद है। तेरी होंद है, ऐसी कोई जगह नहीं जिथे तू परमेश्वर मौजूद नहीं। ਜਾਂ ਦੂਸਰਾ ਪਏ ਵੀ ਭਾਵ ਲਾਵਾਂਗੇ ਵੀ ਜਿੱਥੇ ਮੈਂ ਜਾਵਾਂ, ਜਿੱਥੇ ਜਾ ਰਿਹਾ ਤੇ ਜਿੱਥੇ ਪਹੁੰਚਾਂ, ਹਰ ਸਮੇਂ ਮੈਂ ਤੇਰੀ ਹੋਂਦ ਦਾ ਅਹਿਸਾਸ ਕਰਾਂ। ਹਰ ਸਮੇਂ ਮੇਰੀ ਸੁਰਤ ਤੇਰੇ ਚਰਨਾਂ 'ਚ ਜੁੜ ਕੇ ਰਹੇ। ਮੇਰੀ ਸੁਰਤ ਜਦੋਂ ਤੇਰੇ ਚਰਨਾਂ 'ਚ ਜੁੜੇਗੀ, ਜਿਹੜਾ ਮੇਰੇ ਅੰਦਰ ਅਗਿਆਨਤਾ ਦਾ ਭਰਮ ਪਿਆ, ਪੜਦਾ ਪਿਆ, ਉਹ ਨਾਸ਼ ਹੋ ਜਾਵੇਗਾ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਜੀ ਅੱਗੇ ਗਿਆਨ ਉਪਦੇਸ਼ ਕਰਦੇ ਐ। ਚੜ ਕੇ ਘੋੜੜੈ ਕੁੰਦੇ ਪਕੜੈ, ਹੁੰਡੀ ਦੀ ਖਿਡਾਰੀ। ਚੜ ਕੇ ਘੋੜੜਾ ਕੁੰਦਾ ਪਕੜਾ ਹੈ। ਜਿਹੜਾ ਘੋੜ ਸਵਾਰ ਹੁੰਦਾ ਹੈ, ਕੁੰਦੇ ਦਾ ਮਤਲਬ ਹੁੰਦਾ ਹੈ ਬੰਦੂਕ ਹੁੰਦੀ ਹੈ ਨਾ, ਬੰਦੂਕ ਦਾ ਪਿਛਲਾ ਪਾਸਾ ਲੱਕੜ ਦਾ ਜਿਹੜਾ ਹੁੰਦਾ ਹੈ, ਬੱਟ ਵੀ ਕਹਿ ਦਿੰਦੇ ਐ। ਜਿਹੜਾ ਖੁੰਡੀ ਦਾ ਖਿਡਾਰੀ ਹੈ, ਉਹ ਘੋੜ ਸਵਾਰੀ ਸਾਧ ਸੰਗਤ ਜੀ ਚੰਗੀ ਤਰ੍ਹਾਂ ਨਹੀਂ ਕਰ ਸਕਦਾ। ਘੋੜ ਸਵਾਰੀ ਉਹ ਕਰ ਸਕਦਾ ਹੈ ਜਿਹੜਾ ਘੋੜ ਸਵਾਰ ਹੈ। ਘੋੜ ਸਵਾਰ ਜਿਹੜਾ ਹੈ ਉਹ ਬੰਦੂਕ ਨੂੰ ਪਕੜ ਕੇ ਵੀ ਘੋੜ ਸਵਾਰੀ ਕਰ ਸਕਦਾ ਹੈ, ਪਰ ਜਿਹੜਾ ਖੁੰਡੀ ਦਾ ਖਿਡਾਰੀ ਹੈ, ਇਹ ਸੰਸਾਰ ਵੀ ਇੱਕ ਖੇਡ ਹੈ। ਚੜ ਕੇ ਘੋੜੜਾ ਕੁੰਦਾ ਪਕੜੈ, ਖੁੰਡੀ ਦੀ ਖਿਡਾਰੀ, ਉਹ ਨਹੀਂ ਕਰ ਸਕਦਾ। ਭਾਵ ਇਹਦਾ ਇਹ ਹੈ ਕਿ ਜਿਹਦੀ ਬਿਰਤੀ ਸੰਸਾਰ ਦੇ ਰਸਾਂ ਕਸਾਂ 'ਚ ਫਸੀ ਹੋਈ ਹੈ, ਜਿਹੜਾ ਖੁਦ ਰਸਾਂ ਕਸ਼ਾਂ ਤੇ ਵਿਸ਼ੇ ਵਿਕਾਰਾਂ 'ਚ ਫਸਿਆ ਹੋਇਆ ਹੈ, ਉਹ ਸ਼ਾਸਤਰਾਂ ਦੀ ਘੋੜ ਰੂਪ ਸਵਾਰੀ ਕਰਕੇ ਸਾਧ ਸੰਗਤ ਜੀ ਵੇਦਾਂ ਸ਼ਾਸਤਰਾਂ ਦੀ ਸਵਾਰੀ ਕਰਕੇ ਕਿਸੇ ਨੂੰ ਗਿਆਨ ਉਪਦੇਸ਼ ਨਹੀਂ ਦੇ ਸਕਦਾ। ਭਾਵ ਜਿਹੜਾ ਆਪ ਰਸਾਂ ਕਸਾਂ 'ਚ ਫਸਿਆ ਹੈ, ਖੂੰਡੀ ਦੀ ਖੇਡ ਦਾ ਖਿਡਾਰੀ ਹੈ, ਜਿਹੜਾ ਆਪ ਹੀ ਅੰਮ੍ਰਿਤ ਵੇਲੇ ਨਹੀਂ ਜਾਗਦਾ, ਆਪ ਹੀ ਬਾਣੀਆਂ ਦਾ ਨਿਤਨੇਮੀ ਨਹੀਂ, ਉਹ ਕਿਸੇ ਨੂੰ ਗਿਆਨ ਉਪਦੇਸ਼ ਨਹੀਂ ਦੇ ਸਕਦਾ। ਇਸ ਪੰਕਤੀ ਦਾ ਸਰਲ ਤੌਰ ਤੇ ਇਹ ਭਾਵ ਹੈਗਾ। ਜਿਹੜਾ ਘੋੜ ਸਵਾਰੀ ਕਰਦਾ, ਟ੍ਰੇਨਡ ਹੈ, ਉਹ ਰਾਈਫਲ ਲੈ ਕੇ ਵੀ, ਉਹਨੂੰ ਪਕੜ ਕੇ ਵੀ ਘੋੜ ਸਵਾਰੀ ਕਰ ਸਕਦਾ। ਹੁਣ ਜਿਹੜਾ ਘੋੜ ਸਵਾਰੀ ਕਰਨੇ ਨਹੀਂ ਜਾਣਦਾ, ਉਹ ਰਾਈਫਲ ਆਦਿਕ ਨੂੰ ਪਕੜ ਕੇ ਉਹਦੇ ਕੁੰਦੇ ਨੂੰ ਕਿੱਦਾਂ ਘੋੜ ਸਵਾਰੀ ਕਰੇਗਾ। ਇਸੇ ਤਰ੍ਹਾਂ ਖਾਲਸਾ ਜੀ, ਜਿਹਦੀ ਆਪਣੀ ਨਾਮ ਦੀ ਕਮਾਈ ਨਹੀਂ, ਵਿਸ਼ੇ ਵਿਕਾਰਾਂ 'ਚ ਗਲਤਾਨ ਹੈ, ਲੱਖ ਭਾਵੇਂ ਸਟੇਜਾਂ ਤੋਂ ਗਿਆਨ ਉਪਦੇਸ਼ ਦਿੰਦਾ ਫਿਰੇ, ਉਹਦੇ ਗਿਆਨ ਉਪਦੇਸ਼ ਦਾ ਕਿਸੇ ਤੇ ਕੋਈ ਅਸਰ ਨਹੀਂ ਹੋਣਾ। ਹਾਲਤ ਉਹਦੀ ਇਹ ਹੈ, ਆਵਰਹਿ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਹੋਰਾਂ ਦੀ ਖੇਤੀ ਖੱਤਾ ਕਰਦਾ, ਆਪਣੀ ਉਜਾੜ ਲਈ। ਹੋਰਾਂ ਨੂੰ ਗਿਆਨ ਉਪਦੇਸ਼ ਦਿੰਦਾ ਆਪਣੀ ਖੇਤੀ ਉਜਾੜ ਲਈ। ਕਹਿਣ ਤੋਂ ਭਾਵ ਆਪ ਜੁੜਿਆ ਨਹੀਂ, ਹੋਰਾਂ ਨੂੰ ਜੁੜਨ ਦਾ ਉਪਦੇਸ਼ ਦਿੰਦਾ ਹੈ, ਤੇ ਉਹਦੇ ਕਹਿਣ ਤੇ ਕਿਸੇ ਨੇ ਵੀ ਨਾਮ ਦੇ ਨਾਲ ਨਹੀਂ ਜੁੜਨਾ। ਜਿਸ ਕਾ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜਿਹਦੇ ਅੰਦਰ ਨਿਰੰਕਾਰ ਵਾਹਿਗੁਰੂ ਵਸਦਾ ਹੈ, ਜਿਹੜਾ ਨਿਤਨੇਮੀ ਪ੍ਰੇਮੀ ਹੈ, ਉਸੇ ਦੀ ਸਿੱਖਿਆ ਦਾ ਦੂਸਰੇ ਤੇ ਆਸਰ ਪਊਗਾ ਤੇ ਉਹੀ ਫਿਰ ਅੱਗੇ ਨਾਮ ਨਾਲ ਜੋੜੇਗਾ। ਅੱਜ ਪ੍ਰਚਾਰ ਬਹੁਤ ਹੋ ਰਿਹਾ ਹੈ, ਬੜੀਆਂ ਪ੍ਰਬੰਧਕ ਕਮੇਟੀਆਂ ਜ਼ੋਰ ਲਾ ਕੇ ਪ੍ਰਚਾਰ ਕਰ ਰਹੀਆਂ ਨੇ, ਪਰ ਖੂੰਡੀ ਦੀ ਖਿਡਾਰੀ ਵਾਲੀ ਗੱਲ ਸਾਡੀ ਹੋਈ ਪਈ ਹੈ ਵੀ ਸਾਡਾ ਪ੍ਰਚਾਰ ਕਰਨ ਵਾਲਿਆਂ ਦਾ ਆਪਣਾ ਜੀਵਨ ਨਹੀਂ। ਆਪ ਅਸੀਂ ਨਿਤਨੇਮ ਨਹੀਂ ਕਰਦੇ, ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦੇ, ਸਟੇਜ ਤੇ ਆ ਕੇ ਬਹਿ ਜਾਣਾ, ਲਿਸ਼ਕ ਪੁਸ਼ਕ ਕੇ ਸੰਗਤਾਂ ਨੂੰ ਗਿਆਨ ਉਪਦੇਸ਼ ਦੇਣਾ, ਉਹ ਤਾਂ ਫਿਰ ਮੁੱਖ ਮੈਂ ਪਰ ਹੈ ਰੇਤ ਵਾਲੀ ਗੱਲ ਹੈ। ਜਿਹੜਾ ਜੀਵਨ ਵਾਲਾ ਹੈ, ਉਹਨੂੰ ਬਹੁਤੇ ਗ੍ਰੰਥ ਪੜ੍ਹਨ ਦੀ ਵੀ ਲੋੜ ਨਹੀਂ ਹੁੰਦੀ, ਉਹਦੇ ਅੰਦਰੋਂ ਹੀ ਗਿਆਨ ਦਾ ਚਸ਼ਮਾ ਫੁੱਟ ਪੈਂਦਾ, ਗੁਰੂ ਦੀ ਕਿਰਪਾ ਦੇ ਨਾਲ, ਨਾਮ ਅਭਿਆਸ ਦੇ ਨਾਲ।
ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਹੋਏ ਐ, ਉਹਨਾਂ ਦੇ ਅੰਦਰੋਂ ਹੀ ਗਿਆਨ ਦਾ ਚਸ਼ਮਾ ਐਸਾ ਫੁੱਟਿਆ ਹੋਇਆ ਸੀ, ਅੱਜ ਤੱਕ ਉਹਨਾਂ ਵਰਗੇ ਅਰਥ ਨਹੀਂ ਕੋਈ ਗੁਰਬਾਣੀ ਦੇ ਕਰ ਸਕਿਆ। ਸੋ ਨਾਮ ਅਭਿਆਸ ਜਿਹਨੇ ਪ੍ਰਚਾਰ ਕਰਨਾ, ਕਥਾ ਕਰਨੀ ਹੈ, ਕੀਰਤਨ ਕਰਨੀ ਹੈ, ਉਹਨੂੰ ਪਹਿਲਾਂ ਖੁਦ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਪਊ। ਅੰਮ੍ਰਿਤ ਵੇਲੇ ਜਾਗਣ ਦੇ ਵਿੱਚ, ਨਾਮ ਅਭਿਆਸ ਦੇ ਵਿੱਚ, ਬਾਣੀ ਪੜ੍ਹਨ ਦੇ ਵਿੱਚ, ਫੇਰ ਇਹ ਉਹਦੇ ਪ੍ਰਚਾਰ ਦਾ ਕਿਸੇ ਤੇ ਅਸਰ ਪਵੇਗਾ। ਇਹ ਨਹੀਂ ਵੀ ਅੱਜ ਐਸੇ ਪ੍ਰਚਾਰਕ ਹੈ ਨਹੀਂ, ਬਾਣੀ ਬਾਣੇ ਦੇ ਧਾਰਨੀ ਹੈ, ਜ਼ਰੂਰ ਹੈ, ਪਰ ਹੈਨ ਬਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ, ਐਸੀ ਹਾਲਤ ਹੋਈ ਪਈ ਹੈ। ਸੋ ਖਾਲਸਾ ਜੀ ਚੜ ਕੇ ਘੋੜੜੇ ਕੁੰਦੇ ਪਕੜੈ ਖੂੰਡੀ ਦੀ ਖਿਡਾਰੀ। ਭਾਈ ਖੂੰਡੀ ਦੀ ਖਿਡਾਰੀ ਤੋਂ ਭਾਵ ਜਿਹੜਾ ਆਪ ਨਾਮ ਸਿਮਰਨ ਦੇ ਵਿੱਚ ਨਹੀਂ ਜੁੜਿਆ, ਉਹ ਕਿਸੇ ਨੂੰ ਫਿਰ ਜੋੜ ਨਹੀਂ ਸਕਦਾ, ਉਹਦੀ ਸਿੱਖਿਆ ਦਾ ਅਸਰ ਨਹੀਂ ਕਿਸੇ ਤੇ ਪਵੇਗਾ ਕੋਈ। ਹੰਸਾ ਸੇਤੀ ਚੇਤੇ ਉਲਾਸੈ, ਕੁੱਕੜ ਦੀ ਉਡਾਰੀ। ਹੁਣ ਉਲਾਸੇ ਤੋਂ ਭਾਵ ਚਾਅ ਆਉਣਾ। ਜਿਹੜਾ ਕੁੱਕੜ ਹੁੰਦਾ ਨਾ, ਮੁਰਗਾ, ਕਈ ਵਾਰੀ ਉਹਦੇ ਮਨ ਚ ਆ ਜਾਂਦਾ ਮੈਂ ਹੰਸਾਂ ਦੀ ਰੀਸ ਕਰਾਂ, ਮੇਰਾ ਰੰਗ ਚਿੱਟਾ, ਹੰਸਾਂ ਦਾ ਵੀ ਚਿੱਟਾ, ਮੈਂ ਹੰਸਾਂ ਦੀ ਤਰ੍ਹਾਂ ਉਡਾਰੀ ਮਾਰਾਂ। ਪਰ ਕੁੱਕੜ ਕਦੇ ਵੀ ਹੰਸਾਂ ਜਿੰਨੀ ਲੰਮੀ ਉਡਾਰੀ ਨਹੀਂ ਮਾਰ ਸਕਦਾ, ਯਾਦ ਰੱਖਿਓ। ਹੰਸ ਦੀ ਉਡਾਰੀ ਬੜੀ ਵੱਡੀ ਹੁੰਦੀ ਹੈ। ਗ੍ਰੰਥਾਂ 'ਚ ਲਿਖਿਆ ਹੈ, ਇੱਕ ਉਡਾਰੀ ਮਾਰ ਕੇ ਹੰਸ 400 ਕੋਹ ਕਵਰ ਕਰ ਲੈਂਦਾ, 400 ਕੋਹ ਬਾਟ, ਐਨੀ ਲੰਮੀ ਉਡਾਰੀ ਹੈ। ਤੇ ਦੂਜੇ ਪਾਸੇ ਕੁੱਕੜ ਦੀ ਉਡਾਰੀ ਕੀ ਹੈ? ਵੱਧ ਤੋਂ ਵੱਧ ਉਡਾਰੀ ਮਾਰ ਕੇ ਕਿਸੇ ਰੂੜੀ ਦੇ ਢੇਰ ਤੇ ਬਹਿ ਜੂ, ਗੰਦਗੀ ਤੇ, ਜਾਂ ਕੰਧ ਤੇ ਜਾ ਕੇ ਬਹਿ ਜੂਗਾ, ਜਾਂ ਕੋਠੇ ਤੇ ਜਾ ਕੇ ਬਹਿ ਜੂਗਾ। ਕੁੱਕੜ ਦੀ ਉਡਾਰੀ ਬੜੀ ਛੋਟੀ ਹੈ ਹੰਸਾਂ ਦੇ ਮੁਕਾਬਲੇ। ਇਹਦਾ ਅੰਤਰੀਵ ਭਾਵ ਜਾਣਨਾ ਹੈ। ਇਸੇ ਤਰ੍ਹਾਂ ਜਿਹੜਾ ਤਾਂ ਮਨਮੁਖ ਹੈ ਉਹ ਤਾਂ ਹੈਗਾ ਕੁੱਕੜ ਦੀ ਨਿਆਈ, ਗੁਰਮੁਖ ਹੰਸ ਦੀ ਨਿਆਈ ਨੇ। ਮਨਮੁਖ ਰੂਪੀ ਕੁੱਕੜ ਜਿਹੜਾ ਹੈ, ਜੇ ਉਹ ਰੀਸ ਕਰੇ ਗੁਰਮੁਖ ਰੂਪ ਹੰਸ ਦੀ ਕਿ ਮੈਂ ਇਹਦੇ ਵਾਂਗੂ ਤੁਰੀਆ ਅਵਸਥਾ ਦੇ ਵਿੱਚ ਪਹੁੰਚ ਜਾਵਾਂਗਾ, ਨਾਮ ਸਿਮਰਨ ਮੈਨੂੰ ਕਰਨ ਦੀ ਮੈਂ ਕਰਨਾ ਨਹੀਂ ਪਹੁੰਚ ਸਕਦਾ ਬ੍ਰਹਮ ਗਿਆਨ ਦੀ ਅਵਸਥਾ 'ਚ। ਮਨਮੁਖ ਦੀ ਉਡਾਰੀ ਕਿੰਨੀ ਕੁ ਹੈ? ਵੱਧ ਤੋਂ ਵੱਧ ਉਡਾਰੀ ਮਾਰ ਕੇ ਵਿਸ਼ਿਆਂ ਰੂਪੀ, ਗੰਦਗੀ ਰੂਪੀ ਰੂੜੀ ਤੇ ਬੈਠ ਜਾਏਗਾ, ਕਿਸੇ ਕਲੱਬ ਪੱਬ 'ਚ ਤੁਰ ਜਾਏਗਾ ਰਾਤ ਨੂੰ, ਉੱਥੇ ਸ਼ਰਾਬ ਪੀਵੇਗਾ, ਮਾਸ ਆਦਿਕ ਦਾ ਸੇਵਨ ਕਰੇਗਾ। ਜੇ ਰੂੜੀ ਤੇ ਨਹੀਂ ਤਾਂ ਫਿਰ ਸਾਧ ਸੰਗਤ ਉਡਾਰੀ ਮਾਰ ਕੇ, ਭਾਵ ਕੁੱਕੜ ਜਿਵੇਂ ਕੰਧ ਤੇ ਬਹਿ ਜਾਂਦਾ, ਥੋੜੀ ਜੀ ਹੋਰ ਉਡਾਰੀ ਮਾਰ ਲਵੇਗਾ, ਵਿਸ਼ੇ ਵਿਕਾਰਾਂ ਰੂਪੀ ਰੂੜੀ ਨੂੰ ਛੱਡ ਕੇ ਵੱਧ ਤੋਂ ਵੱਧ ਹੰਕਾਰ ਵਿੱਚ ਆ ਕਰਕੇ ਦਾਨ ਕਰ ਦੇਵੇਗਾ। ਹੰਕਾਰ ਦੇ ਵਿੱਚ ਕੀਤਾ ਹੋਇਆ ਦਾਨ ਵੀ ਕਿਸੇ ਕੰਮ ਨਹੀਂ। ਤੇ ਫੇਰ ਅੱਗੇ ਜਾ ਕੇ ਜੇ ਹੋਰ ਲੰਮੀ ਉਡਾਰੀ ਮਾਰਨਾ ਚਾਹੇਗਾ ਤਾਂ ਹੋਰ ਪੁੰਨ ਕਰਮ ਕਰ ਕਰਕੇ ਸਵਰਗ 'ਚ ਪਹੁੰਚ ਜਾਵੇਗਾ, ਐਦੋਂ ਵੱਧ ਉਡਾਰੀ ਨਹੀਂ। ਤੇ ਦੂਜੇ ਪਾਸੇ ਜਿਹੜਾ ਗੁਰਮੁਖ ਹੈ, ਉਹਦੀ ਉਡਾਰੀ ਹੀ, ਉਹਦੀ ਪਹੁੰਚ ਹੀ ਤੁਰੀਆ ਅਵਸਥਾ ਤੱਕ ਹੁੰਦੀ ਹੈ। ਤੁਰੀਆ ਭਾਵ ਬ੍ਰਹਮ ਗਿਆਨ ਦੀ ਅਵਸਥਾ। ਐਨੀ ਲੰਮੀ ਉਡਾਰੀ ਲਾਉਂਦਾ ਸਿਮਰਨ ਕਰਕੇ। ਗੁਰਬਾਣੀ 'ਚ ਬਚਨ ਆਉਂਦੇ ਨੇ, ਤੀਨ ਵਿਆਪੈ ਜਗਤ ਕੋ, ਤੁਰੀਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ, ਜਿਨ ਮਨ ਬਸਿਆ ਸੋਏ। ਆਮ ਜਿਹੜਾ ਦੁਨਿਆਵੀ ਬੰਦਾ ਤਿੰਨ ਗੁਣਾਂ ਦੇ ਵਿੱਚ ਫਸਿਆ ਹੋਇਆ, ਰਜੋ ਗੁਣ, ਸਤੋ ਗੁਣ, ਤਮੋ ਗੁਣ। ਤਿੰਨ ਪ੍ਰਕਾਰ ਦਾ ਦਾਨ ਕਰਦਾ ਹੈ, ਤਿੰਨ ਪ੍ਰਕਾਰ ਦੀ ਬਿਰਤੀ ਹੈ। ਸਾਡੀ ਬਿਰਤੀ ਵੀ ਤਿੰਨ ਤਰ੍ਹਾਂ ਦੀ ਹੈ, ਰਾਜਸੀ ਬਿਰਤੀ, ਸ਼ਾਂਤ ਕੀ ਬਿਰਤੀ ਤੇ ਤਾਮਸੀ ਬਿਰਤੀ। ਦਾਨ ਵੀ ਤਿੰਨ ਤਰ੍ਹਾਂ ਦਾ ਕਰਦੇ ਹਾਂ ਅਸੀਂ ਦੁਨੀਆਦਾਰ ਦੇ ਲੋਕ, ਤਿੰਨ ਪ੍ਰਕਾਰ ਦਾ, ਰਾਜਸੀ ਦਾਨ, ਤਾਮਸੀ ਦਾਨ, ਸ਼ਾਂਤ ਕੀ ਦਾਨ। ਰਾਜਸੀ ਦਾਨ ਉਹ ਹੈ
ਜਿਹੜਾ ਆਪਣੀ ਸ਼ੋਭਾ ਵਾਸਤੇ ਦਾਨ ਕੀਤਾ ਹੋਵੇ, ਜਿਵੇਂ ਰਾਜਨੀਤਿਕ ਲੋਕ ਕਰਦੇ ਆ। ਸਾਰੇ ਨਹੀਂ, ਕਈ ਉਹਨਾਂ ਨੂੰ ਸੁਭਾਅ ਹੁੰਦਾ ਥੋੜਾ ਜਿਹਾ ਦਾਨ ਕਰਿਆ ਤੇ ਫਲੈਕਸ ਬੋਰਡ ਲਵਾਤੇ, ਮੈਂ ਦਾਨ ਕਰਿਆ, ਮੇਰੀ ਮਸ਼ਹੂਰੀ ਹੋਵੇ, ਇਹ ਰਾਜਸੀ ਦਾਨ ਹੈ। ਇੱਕ ਹੁੰਦਾ ਤਾਮਸੀ ਦਾਨ, ਦਾਨ ਵੀ ਕਰਨਾ ਤੇ ਖਿੱਚ ਕੇ ਕਰਨਾ, ਚਿੜ ਕੇ, ਇਹਨੂੰ ਕਹਿੰਦੇ ਨੇ ਤਾਮਸੀ ਦਾਨ, ਉਹਦਾ ਕੋਈ ਫਾਇਦਾ ਨਹੀਂ। ਇੱਕ ਦਾਨ ਹੁੰਦਾ ਸ਼ਾਂਤ ਕੀ, ਦਾਨ ਕਰਨਾ ਹੈ ਪਰ ਪਰਮੇਸ਼ਰ ਦਾ ਦਿੱਤਾ ਹੋਇਆ ਸਮਝ ਕੇ ਕਰਨਾ। ਮਹਾਰਾਜ ਤੈਂ ਮੈਨੂੰ ਦਿੱਤਾ, ਮੈਂ ਅੱਗੇ ਦੇ ਰਿਹਾ, ਮੇਰਾ ਕੀ ਹੈ ਇੱਥੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਪਰ ਜਿਹੜੇ ਗੁਰਮੁਖ ਹੁੰਦੇ ਨੇ ਉਹ ਤਿੰਨੇ ਗੁਣਾ ਤੋਂ ਉੱਪਰ ਹੁੰਦੇ ਨੇ, ਤੁਰਿਆ ਅਤੀਤ ਅਵਸਥਾ ਦਾ ਆਨੰਦ ਮਾਣਦੇ ਨੇ। ਸੋ ਹੰਸਾਂ ਦੀ ਉਡਾਰੀ ਦੀ ਤਰ੍ਹਾਂ ਗੁਰਮੁਖ ਜਿਹੜੇ ਐ ਬ੍ਰਹਮ ਗਿਆਨ ਦੀਆਂ ਉਡਾਰੀਆਂ, ਤੁਰਿਆ ਅਵਸਥਾ ਦੀਆਂ ਉਡਾਰੀਆਂ ਲਾਉਂਦੇ ਹਨ। ਇਸ ਕਰਕੇ ਭਾਈ ਕੁੱਕੜ ਰੂਪ ਜਿਹੜੇ ਮਨਮੁਖ ਹੈ, ਦੁਨੀਆਦਾਰ ਲੋਕ, ਕਦੇ ਵੀ ਗੁਰਮੁਖਾਂ ਦੀ ਰੀਸ ਨਹੀਂ ਕਰ ਸਕਦੇ। ਹਾਂ, ਗੁਰੂ ਦੀ ਕਿਰਪਾ ਹੋ ਜਾਵੇ ਤਾਂ ਕੁਝ ਵੀ ਹੋ ਸਕਦਾ। ਗਣਕਾ ਵੀ ਇੱਕ ਬੇਸ਼ਵਾ ਸੀ, ਅਕਾਲ ਪੁਰਖ ਦੀ ਐਸੀ ਕਿਰਪਾ ਹੋਈ, ਸੂਆ ਪੜਾਵਤ ਗਣਕਾ ਤਰੀ, ਸੋ ਹਰ ਨੈਨੋ ਕੀ ਪੂਤਰੀ। ਅਕਾਲ ਪੁਰਖ ਦੇ ਨੈਣਾ ਦੀ ਪੁਤਲੀ ਬਣ ਗਈ। ਬਾਲਮੀਕੈ ਹੋਆ ਸਾਧ ਸੰਗ, ਧਰੂ ਕੋ ਮਿਲਿਆ ਹਰਨ ਸੰਗ। ਬਾਲਮੀਕ ਜੀ ਦਾ ਜੀਵਨ ਬਦਲ ਗਿਆ, ਬਾਬਾ ਬਿਧੀ ਚੰਦ ਜੀ ਦਾ ਜੀਵਨ ਬਦਲ ਗਿਆ। ਵਿਧਿਆ ਸ਼ੀਨਾ, ਗੁਰੂ ਕਾ ਸੀਨਾ, ਸ਼ੀਨਾ ਗੋਤ ਹੈ ਤੇ ਸੀਨੇ ਦਾ ਅਰਥ ਹੈ ਹਿਰਦਾ। ਬਾਬਾ ਬਿਧੀ ਚੰਦ ਸਾਹਿਬ ਵਾਸਤੇ ਮਹਾਰਾਜ ਨੇ ਹਿਰਦਾ ਅੱਖਰ ਵਰਤੇ ਹੈ ਕਿ ਬਿਧੀ ਚੰਦ, ਮੈਂ ਤੇਰੀ ਸੇਵਾ ਤੋਂ ਇੰਨਾ ਪ੍ਰਭਾਵਿਤ ਹਾਂ, ਤੂੰ ਮੇਰਾ ਦਿਲ ਹੈ, ਤੂੰ ਮੇਰਾ ਹਿਰਦਾ ਹੈ। ਇਤਿਹਾਸ ਦੇ ਵਿੱਚ ਜੇ ਕਿਸੇ ਸਿੱਖ ਨੂੰ ਦਿਲ ਕਿਹਾ ਮਹਾਰਾਜ ਨੇ, ਆਪਣਾ ਹਿਰਦਾ ਕਿਹਾ, ਕੇਵਲ ਤੇ ਕੇਵਲ ਬਾਬਾ ਬਿਧੀ ਚੰਦ ਸਾਹਿਬ ਨੂੰ ਕਿਹਾ। ਅਕਾਲ ਪੁਰਖ ਕਿਰਪਾ ਕਰ ਦੇਵੇ, ਕਾਵਾਂ ਤੋਂ ਹੰਸ ਬਣਾ ਸਕਦਾ ਹੈ। ਜੇ ਹੰਗਤਾ ਦੇ ਅਧੀਨ ਕੋਈ ਕਰਮ ਕਰੇਗਾ, ਸੇਵਾ ਕਰੂਗਾ ਤਾਂ ਦਿਖਾਵੇ ਵਾਸਤੇ, ਲੰਗਰ ਚ 4 ਭਾਂਡੇ ਮਾਂਜੇਗਾ, ਫੋਟੋ ਕਰਾ ਕੇ ਨੈਟ ਤੇ ਪਾ ਦੇਣੀ, ਝਾੜੂ ਮਾਰਨਾ ਤਾਂ ਫੋਟੋ ਫੇਸਬੁੱਕ ਤੇ ਪਾ ਦੇਣੀ, ਇਹੋ ਜੀ ਸੇਵਾ ਮਹਾਰਾਜ ਨੂੰ ਪ੍ਰਵਾਨ ਨਹੀਂ। ਇਹ ਤਾਂ ਲੋਕ ਦਿਖਾਵਾ ਹੈ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਦਾਨ ਕਰਨਾ, ਇੱਕ ਹੱਥ ਦਾਨ ਕਰੇ, ਦੂਜੇ ਨੂੰ ਪਤਾ ਵੀ ਨਾ ਲੱਗੇ। ਪਾਠ ਕਰਨਾ, ਗੁਪਤ ਰੱਖਣਾ, ਮੈਂ ਕਿੰਨਾ ਕੁ ਨਿਤਨੇਮ ਕਰਦਾ। ਤੇਰਾ ਫੇਸ ਇੰਪ੍ਰੈਸ਼ਨ, ਤੇਰੇ ਚਿਹਰੇ ਦਾ ਪ੍ਰਭਾਵ ਸੰਗਤ ਤੇ ਆਪੇ ਪੈ ਜਾਵੇਗਾ। ਜੇ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਕੇ ਇੱਥੇ ਸਾਰੀ ਦਿੱਲੀ 'ਚ ਰੌਲਾ ਪਾਉਂਦਾ ਫਿਰਿਆ, ਮੈਂ ਪਾਠ ਕੀਤਾ, ਉਹਦਾ ਫਾਇਦਾ ਕੀ? ਭਜਨ ਭੋਜਨ ਖਜ਼ਾਨਾ ਨਾਰੀ, ਚਾਰੇ ਪਰਦੇ ਦੇ ਅਧਿਕਾਰੀ ਸਿਆਣੇ ਕਹਿੰਦੇ ਆ। ਨਿਤਨੇਮ ਕਰਨਾ, ਸੇਵਾ ਕਰਨੀ ਦੱਸੀ ਦਾ ਨਹੀਂ ਹੁੰਦਾ, ਫੇਰ ਉਹ ਅਵਸਥਾ ਨਹੀਂ ਰਹਿੰਦੀ, ਹੰਕਾਰ ਆ ਜਾਂਦਾ ਅੰਦਰ। ਸੋ ਹੰਸਾਂ ਦੀ ਉਡਾਰੀ ਤਾਂ ਬੜੀ ਲੰਮੀ ਹੈ। ਇਸੇ ਤਰ੍ਹਾਂ ਗੁਰਮੁਖ ਰੂਪੀ ਹੰਸ ਸੁਰਤ ਕਰਕੇ ਬੜੀ ਉਡਾਰੀ ਲੰਮੀ ਮਾਰਦੇ ਐ, ਤੇ ਜਿਹੜੇ ਦੁਨੀਆਦਾਰ ਨੇ ਉਹਨਾਂ ਦੀ ਸੁਰਤ ਕਰਕੇ ਉਡਾਰੀ ਬੜੀ ਛੋਟੀ ਹੁੰਦੀ ਹੈ। ਕਦੇ ਵੀ ਮੁਕਾਬਲਾ ਨਹੀਂ ਕਰ ਸਕਦੇ ਗੁਰਮੁਖ ਰੂਪ ਹੰਸਾਂ ਦਾ। ਪੌੜੀ ਅੱਗੇ ਪੌੜੀ ਉਚਾਰਨ ਕਰਕੇ ਗੁਰੂਦੇਵ ਜੀ ਸਾਨੂੰ ਕਲਯੁਗ ਦੇ ਜੀਵਾਂ ਨੂੰ ਉਪਦੇਸ਼ ਦਿੰਦੇ ਨੇ। ਰਸਨਾ ਉਚਰੈ ਹਰ ਸਰਵਣੀ ਸੁਣੈ, ਸੋ ਉਦਰੈ ਮੀਤਾ। ਰਸਨਾ ਉਚਰੈ, ਗੁਰਮੁਖ ਜਿਹੜੇ ਨੇ ਰਸਨਾ ਦੁਆਰਾ ਨਾਮ ਨੂੰ ਉਚਾਰਦੇ ਨੇ। ਗੁਰਬਾਣੀ ਕਹਿੰਦੀ ਹੈ, ਇਹ ਭਾਈ ਸਰਬ ਸਾਂਝੀ ਬਾਲਤਾ ਦਾ ਸੰਦੇਸ਼ ਹੈ ਗੁਰੂ ਕੀ ਬਾਣੀ ਦਾ। ਇਹ ਭਾਈ ਰਸਨਾ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਉਚਾਰ। ਸਰਬਣੀ ਸੁਣੈ, ਕੰਨਾਂ ਦੇ ਨਾਲ ਸੁਣਨਾ ਕਰ। ਪਰ ਆਪਾਂ ਰਸਨਾ ਦੁਆਰਾ ਚੁਗਲੀਆਂ, ਨਿੰਦਿਆ ਤੇ ਗੰਦੀਆਂ ਗਾਲਾਂ ਕੱਢਦੇ ਆ, ਕੰਨਾਂ ਦੁਆਰਾ ਗੰਦੇ ਗੀਤ ਸੁਣਦੇ ਆ। ਇਹ ਅੱਜ ਦੀ ਸਾਡੀ ਹਾਲਤ ਹੈ, ਇਹ ਹਾਲਤ ਸਾਡੀ ਹੋਈ ਪਈ ਹੈ। ਫੇਰ ਆਪਾਂ ਸ਼ਾਂਤੀ ਭਾਲਦੇ ਆ ਤੇ ਖਾਲਸਾ ਜੀ ਫਿਰ ਸ਼ਾਂਤੀ ਮਿਲੂਗੀ ਕਿੱਥੋਂ? ਸ਼ਾਂਤੀ ਮਿਲਣੀ ਸੀ ਰਸਨਾ ਦੁਆਰਾ ਨਾਮ ਜਪ ਕੇ, ਕੰਨਾਂ ਦੁਆਰਾ ਸੁਣ ਕੇ। ਰਸਨਾ ਦੁਆਰਾ ਨਿੰਦਿਆ ਚੁਗਲੀ ਤੇ ਕੰਨਾਂ ਦੁਆਰਾ ਗੰਦੇ ਗੀਤ ਸੁਣਦੇ ਆ, ਤੇ ਫਿਰ ਸ਼ਾਂਤੀ ਮਿਲੂਗੀ ਕਿੱਥੋਂ? ਗੁਰਬਾਣੀ ਕਹਿੰਦੀ ਹੈ, ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੈ ਨਿਰਤ ਨਾਟੇ।
ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਪੀਸ ਆਫ ਮਾਈਂਡ, ਮਨ ਦੀ ਸ਼ਾਂਤੀ। ਬਹੁਤੇ ਧਨ ਪ੍ਰਾਪਤ ਕਰਕੇ ਵੀ ਸੁੱਖ ਨਹੀਂ ਮਿਲਣੇ, ਬਹੁਤੇ ਦੇਸ਼ਾਂ ਦਾ ਭਰਮਣ ਕਰਕੇ ਵੀ ਸੁੱਖ ਨਹੀਂ ਮਿਲਣੇ, ਤੇ ਸਰਬ ਸੁੱਖਾਂ ਹਰ ਹਰ ਗੁਣ ਗਾਏ। ਸਾਰੇ ਸੁੱਖ ਆ ਗੁਰੂ ਦੀ ਬਾਣੀ ਨੂੰ ਗਾ ਕੇ ਤੈਨੂੰ ਪ੍ਰਾਪਤ ਹੋਣਗੇ। ਜਦੋਂ ਆਪਾਂ ਸ਼ੁਰੂ ਕਰਦੇ ਆ ਨਾ ਰਸਨਾ ਦੁਆਰਾ ਨਾਮ ਜਪਣਾ, ਪਹਿਲਾ ਪਹਿਲਾ ਮਨ ਉਪਰਾਮ ਹੁੰਦਾ ਹੈ, ਕਲਯੁਗ ਆਪਣਾ ਜ਼ੋਰ ਦਿਖਾਉਂਦਾ ਹੈ, ਨੀਂਦ ਵੀ ਆਉਂਦੀ ਹੈ, ਮਾੜੇ ਖਿਆਲ ਵੀ ਆਉਂਦੇ ਨੇ, ਪਰ ਖਾਲਸਾ ਜੀ ਹਟ ਨਾ ਕਿਤੇ ਜਾਇਓ, ਲੱਗੇ ਰਹੋ। ਮਹਾਰਾਜ ਕਹਿੰਦੇ ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ। ਕਦੇ ਤਾਂ ਤੇਰੀ ਪੁਕਾਰ ਸੁਣੇਗਾ ਨਾ, ਲੱਗਿਆ ਰਹਿ। ਛੇਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਪ੍ਰਸ਼ਨ ਕੀਤਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਕਹਿੰਦੇ ਹੋ ਨਾਮ ਜਪੋ, ਨਾਮ ਤਾਂ ਜਪਦੇ ਆ, ਸੁਰਤ ਨਹੀਂ ਜੁੜਦੀ ਤੇ ਫਲ ਕਿਵੇਂ ਮਿਲੇਗਾ? ਮਹਾਰਾਜ ਜੀ ਨੇ ਇੱਕ ਘੜਾ ਮੰਗਾਇਆ, ਘੜੇ ਦੇ ਵਿੱਚ ਮੱਖਣ ਪਵਾਇਆ, ਮੱਖਣ ਪਵਾ ਕੇ ਕਢਾ ਲਿਆ। ਕਹਿੰਦੇ ਮੱਖਣ ਹੈ? ਕਹਿੰਦੇ ਕੱਢ ਲਿਆ। ਮਹਾਰਾਜ ਕਹਿੰਦੇ ਪਰ ਮੱਖਣ ਤਾਂ ਕੱਢ ਲਿਆ, ਥੰਧਿਆਈ ਤਾਂ ਵਿੱਚ ਰਹਿ ਗਈ ਨਾ, ਥੰਧਿਆਈ ਨਹੀਂ ਕਿਤੇ ਜਾਂਦੀ। ਇਸੇ ਤਰ੍ਹਾਂ ਜਦੋਂ ਬਾਣੀ ਪੜ੍ਹਦੇ ਆ, ਬਾਣੀ ਪੜ੍ਹੀ ਚੱਲ, ਜੇ ਅੱਜ ਮਨ ਨਹੀਂ ਲੱਗਿਆ 2-4 ਦਿਨਾਂ ਨੂੰ ਲੱਗ ਜੂ, ਫਲ ਕਿਤੇ ਨਹੀਂ ਜਾਂਦਾ, ਯਾਦ ਰੱਖਿਓ। ਕਈ ਇਸ ਗੱਲੋਂ ਡਰਦੇ ਹਟ ਜਾਂਦੇ ਨੇ, ਸਾਡਾ ਮਨ ਨਹੀਂ ਲੱਗਦਾ, ਫਲ ਨਹੀਂ ਮਿਲਣਾ। ਫਲ ਮਿਲੇਗਾ ਹੀ ਮਿਲੇਗਾ, ਹੌਲੀ ਹੌਲੀ ਮਨ ਆਪੇ ਟਿਕ ਜਾਵੇਗਾ। ਸਤਿਗੁਰੂ ਅੱਗੇ ਅਰਦਾਸ ਕਰੀਏ, ਰਸਨਾ ਉਚਰੇ ਹਰ ਸਰਬਣੀ ਸੁਣੈ, ਸੋ ਉਤਰੈ ਮਿੱਤਾ। ਮਿੱਤਾ ਤੋਂ ਭਾਵ ਮਿੱਤਰ। ਹੇ ਮਿੱਤਰ, ਜਿਹੜਾ ਰਸਨਾ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪਦਾ, ਕੰਨਾਂ ਦੁਆਰਾ ਸੁਣਦਾ ਹੈ, ਸੰਸਾਰ ਰੂਪੀ ਭਵ ਸਾਗਰ ਦੇ ਵਿੱਚੋਂ ਉਧਰੇ ਤੋਂ ਭਾਵ ਉਹਦਾ ਜੀਵਨ ਰੂਪੀ ਬੇੜਾ ਸੰਸਾਰ ਰੂਪੀ ਭਵ ਸਾਗਰ ਵਿੱਚੋਂ ਤਰ ਜਾਂਦਾ ਹੈ। ਹਰ ਜਸ ਲਿਖੈ ਲਾਏ ਭਾਵਨੀ, ਸੇ ਹਸਤ ਪਵਿੱਤਾ। ਜਿਹੜਾ ਹਰ ਜਸ ਨੂੰ ਭਾਵਨਾ ਨਾਲ, ਸ਼ਰਧਾ ਨਾਲ, ਇਹਦੇ ਦੋ ਅਰਥ ਲਾਵਾਂਗੇ ਆਪਾਂ, ਇੱਕ ਅੰਤਰੀਵ, ਇੱਕ ਬਹਿਰੂਨੀ ਅਰਥ। ਬਾਹਰਲਾ ਅਰਥ ਇਹ ਹੈ ਜਿਹੜਾ ਸ਼ਰਧਾ ਨਾਲ ਹਰੀ ਦੇ ਜਸ ਨੂੰ ਕਾਗਜ਼ ਉੱਪਰ ਲਿਖਦਾ ਹੈ। ਕਈ ਅਭਿਆਸ ਕਰਦੇ ਨੇ ਕਾਗਜ਼ ਉੱਪਰ ਲਿਖ ਕੇ ਵਾਹਿਗੁਰੂ ਵਾਹਿਗੁਰੂ, ਕਾਗਜ਼ ਉੱਪਰ ਲਿਖ ਕੇ। ਇਹ ਵੀ ਇੱਕ ਅਭਿਆਸ ਕਰਨ ਦਾ ਤਰੀਕਾ ਹੈ। ਜੇ ਆਪਾਂ ਸ਼ਰਧਾ ਨਾਲ ਹਰੀ ਦੇ ਜਸ ਨੂੰ ਲਿਖਾਂਗੇ ਨਾ ਕਾਗਜ਼ ਉੱਪਰ ਵਾਹਿਗੁਰੂ ਵਾਹਿਗੁਰੂ, ਹੌਲੀ ਹੌਲੀ ਸੁਰਤ ਤਾਂ ਲੱਗੇਗੀ ਨਾ। ਇਹ ਵੀ ਇੱਕ ਤਰੀਕਾ ਹੈ ਅਭਿਆਸ ਕਰਨ ਦਾ। ਹੌਲੀ ਹੌਲੀ ਬਿਰਤੀ ਅੰਤਰਮੁਖ ਹੋਊਗੀ। ਕਈ ਗੁਰਮੁਖ ਜਿਨ੍ਹਾਂ ਨੂੰ ਚਾਹ ਹੈ ਨਾਮ ਅਭਿਆਸ ਦਾ, ਅਸੀਂ ਦੇਖੇ ਉਹ ਕਾਗਜ਼ ਉੱਪਰ ਲਿਖ ਕੇ ਅਭਿਆਸ ਕਰਦੇ ਆ ਵੀ ਸਾਡੀ ਸੁਰਤ ਛੇਤੀ ਇਕਾਗਰ ਹੋ ਜਾਵੇ। ਜਦੋਂ ਸੁਰਤ ਇਕਾਗਰ ਹੋ ਗਈ ਫਿਰ ਲਿਖਣ ਦੀ ਲੋੜ ਨਹੀਂ ਰਹਿੰਦੀ, ਫਿਰ ਤਾਂ ਜ਼ਬਾਨ ਵੀ ਬੰਦ ਹੋ ਜਾਂਦੀ ਹੈ, ਅੰਦਰ ਆਪਣੇ ਆਪ ਹੀ ਚੱਲ ਪੈਂਦਾ ਹੈ ਜਪਾ ਜਾਪ। ਮਿਹਨਤ ਕਰਨੀ ਪੈਂਦੀ ਹੈ। ਹਰ ਜਸ ਲਿਖੈ ਲਾਏ ਭਾਵਨੀ, ਜਿਹੜਾ ਹਿਰਦੇ ਰੂਪੀ ਕਾਗਜ਼ ਤੇ, ਅੰਤਰੀਵ ਅਰਥ ਹੈ ਜਿਹੜਾ ਹਿਰਦੇ ਰੂਪੀ ਕਾਗਜ਼ ਤੇ ਭਾਵਨਾ ਸ਼ਰਧਾ ਦੀ ਕਲਮ ਦੁਆਰਾ ਲਿਖਦਾ ਹੈ, ਸੇ ਹਸਤ ਪਵਿੱਤਾ। ਉਹ ਭਾਈ, ਉਹਦੇ ਹੱਥ ਨੇ ਨਾ ਜਿਹੜੇ ਪਵਿੱਤਰ ਹਨ, ਜਿਹੜਾ ਭਾਵਨਾ ਸ਼ਰਧਾ ਦੇ ਨਾਲ ਨਾਮ ਨੂੰ ਲਿਖਦਾ ਹੈ। ਸੋ ਹਸਤ ਪਵਿੱਤਾ ਤੋਂ ਭਾਵ ਅੰਤਰੀਵ ਅਰਥ ਇਹ ਹੈ ਕਿ ਉਹ ਪਵਿੱਤਰ ਹੋ ਜਾਂਦਾ, ਉਹਦੇ ਹੱਥ ਪੈਰ ਸਾਰਾ ਸਰੀਰ ਪਵਿੱਤਰ ਹੋ ਜਾਂਦਾ ਹੈ, ਜਿਹੜਾ ਨਾਮ ਨੂੰ ਹਿਰਦੇ ਤੇ ਲਿਖਦਾ ਹੈ ਸੁਰਤ ਰੂਪੀ ਕਲਮ ਦੇ ਦੁਆਰਾ। ਕਹਿਣ ਤੋਂ ਭਾਵ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਨਾਮ ਜਪਦਾ ਹੈ, ਉਹਦਾ ਸਾਰਾ ਸਰੀਰ ਹੀ ਪਵਿੱਤਰ ਹੋ ਜਾਂਦਾ ਹੈ। ਤਨ ਵੀ ਤੇ ਮਨ ਵੀ ਉਹਦਾ ਨਿਹਾਲਤਾਈ ਨੂੰ ਪ੍ਰਾਪਤ ਕਰ ਲੈਂਦਾ ਹੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਵਾਲੀ ਹਾਲਤ ਹੋ ਜਾਂਦੀ ਹੈ। ਜਿਹੜਾ ਭਾਵਨਾ ਦੇ ਨਾਲ ਹਿਰਦੇ ਰੂਪੀ ਕਾਗਜ਼ ਉੱਪਰ ਨਾਮ ਨੂੰ ਲਿਖਣਾ ਕਰਦਾ ਹੈ। 860 ਤੀਰਥ ਮੱਜਣਾ, ਸਭ ਪੁੰਨ ਤਿਨ ਕੀਤਾ। ਜਿਹੜਾ ਸ਼ਰਧਾ ਭਾਵਨਾ ਦੇ ਨਾਲ ਹਿਰਦੇ ਤੇ ਨਾਮ ਨੂੰ ਲਿਖਦਾ,
ਉਹਨੂੰ 68 ਤੀਰਥਾਂ ਦਾ ਫਲ ਮਿਲਦਾ ਹੈ। 68 ਤੀਰਥ ਹਿੰਦੂ ਧਰਮ ਦੇ ਵਿੱਚ ਗੱਲ ਕੀਤੀ ਹੈ 68 ਤੀਰਥਾਂ ਦੀ। ਕਿਹਦੇ ਕੋਲੇ ਸਮਾਂ ਅੱਜ ਦੇ ਸਮੇਂ 'ਚ ਵੀ 68 ਤੀਰਥਾਂ ਤੇ ਨਹਾਉਂਦਾ ਫਿਰੇ? ਗੁਰੂ ਮਹਾਰਾਜ ਨੇ ਤਾਂ ਸਤਸੰਗ ਨੂੰ ਕਹਿਤਾ 68 ਤੀਰਥਾਂ ਤੋਂ ਵੱਡੀ ਹੈ ਸਤਸੰਗ। ਕਈ ਕੋਟਕ ਜਗ ਫਲਾ ਸੁਨ ਗਾਵਨ ਹਾਰੈ ਰਾਮ, ਕਰੋੜਾਂ ਜੱਗਾਂ ਦਾ ਫਲ ਮਿਲਦਾ ਭਾਈ ਸਤਸੰਗ ਵਿੱਚ ਆ ਕੇ। ਕਿਹੜੇ 68 ਤੀਰਥਾਂ ਦੀ ਗੱਲ? 68 ਤੀਰਥ ਤਾਂ ਉਹਦੇ ਚਰਨ ਚੁੰਮਦੇ ਨੇ ਜਿਹੜਾ ਬਾਣੀ ਪੜ੍ਹਦਾ। ਮਹਾਰਾਜ ਕਹਿੰਦੇ ਐਸਾ ਗੁਰਮੁਖ ਜਿਹੜਾ ਰਸਨਾ ਦੁਆਰਾ ਨਾਮ ਜਪਦਾ ਹੈ, ਕੰਨਾਂ ਦੁਆਰਾ ਸੁਣਦਾ ਹੈ, ਹਰ ਦਸ ਨੂੰ ਭਾਵਨਾ ਦੇ ਨਾਲ ਲਿਖਦਾ, ਸ਼ਰਧਾ ਦੇ ਨਾਲ। 68 ਤੀਰਥ ਮੱਜਣਾ, ਮੱਜਣਾ ਤੋਂ ਭਾਵ ਹੁੰਦਾ ਪੁਰਬ ਇਸ਼ਨਾਨ ਕਰਨਾ ਜਾ ਕੇ। ਸਭ ਪੁੰਨ ਤਿਨ ਕੀਤਾ, ਸਾਰੇ ਤਰ੍ਹਾਂ ਦੇ ਪੁੰਨ 68 ਤੀਰਥਾਂ ਦਾ ਇਸ਼ਨਾਨ ਦਾ ਫਲ ਉਹਨੂੰ ਸੋਤੇ ਸਿੱਧ ਹੀ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਆਪਣੇ ਘਰ ਵਿੱਚ ਰਹਿ ਕੇ ਆਪਣੇ ਹਿਰਦੇ ਤੇ, ਆਪਣੇ ਹਿਰਦੇ ਰੂਪੀ ਪੱਟੀ ਤੇ ਸ਼ਰਧਾ ਭਾਵਨਾ ਦੀ ਕਲਮ ਦੁਆਰਾ ਨਾਮ ਨੂੰ ਲਿਖਦਾ ਹੈ, ਨਾਮ ਨੂੰ ਜਪਦਾ ਹੈ, ਰਸਨਾ ਦੁਆਰਾ ਕੰਨਾਂ ਦੁਆਰਾ ਸੁਣਦਾ ਹੈ। ਉਹਨੂੰ ਘਰ ਬੈਠੇ ਹੀ 68 ਤੀਰਥਾਂ ਦਾ ਤੇ ਸਾਰੇ ਪੁੰਨਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਸੰਸਾਰ ਸਾਗਰ ਤੇ ਉਦਰੇ, ਵਿਖਿਆ ਗੜ ਜੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸੰਸਾਰ ਸਾਗਰ ਤੋਂ ਉਧਰੇ ਤੋਂ ਭਾਵ ਸੰਸਾਰ ਸਾਗਰ ਤੋਂ ਉਹਦਾ ਬੇੜਾ ਪਾਰ ਹੋ ਜਾਂਦਾ ਹੈ ਜਿਹੜਾ ਕੰਨਾਂ ਦੁਆਰਾ ਬਾਣੀ ਸੁਣਦਾ, ਰਸਨਾ ਦੁਆਰਾ ਜਪਦਾ। ਤੇ ਉਹ ਫਿਰ ਵਿਖਿਆ ਗੜ ਜਿੱਤਾ। ਉਹ ਵਿਖਿਆ ਤੋਂ ਭਾਵ ਵਿਸ਼ੇ ਵਿਕਾਰਾਂ ਦਾ, ਗੜ ਤੋਂ ਭਾਵ ਕਿਲਾ। ਸਾਡੇ ਅੰਦਰ ਵਿਕਾਰਾਂ ਨੇ ਕਿਲਾ ਬਣਾ ਲਿਆ ਬਹੁਤ ਵੱਡਾ। ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਨੇ ਤੇ ਹੰਕਾਰ ਨੇ। ਇਹ ਪੰਜੇ ਸਾਰਿਆਂ 'ਚ ਨੇ। ਜੇ ਕੋਈ ਕਹੇ ਮੇਰੇ 'ਚ ਕਾਮ ਨਹੀਂ, ਗਲਤ ਕਹਿੰਦਾ ਹੈ। ਸਾਰਿਆਂ 'ਚ ਨੇ, ਪਰ ਇਹਨਾਂ ਪੰਜਾਂ ਨੂੰ ਆਪਾਂ ਸੁਰ 'ਚ ਕਰਨਾ ਹੈ। ਇਹ ਬੇਸੁਰੇ ਹੋਏ ਹੋਏ ਐ। ਜੇ ਹਾਰਮੋਨੀਅਮ ਬਾਜਾ ਰਾਗੀ ਸਿੰਘ ਕਰਦੇ ਹੁਣ ਕੀਰਤਨ ਤੇ ਬਾਜਾ ਹੋ ਜਾਵੇ ਬੇਸੁਰਾ, ਆਨੰਦ ਨਹੀਂ ਆਉਣਾ ਖਾਲਸਾ ਜੀ। ਇਸੇ ਤਰ੍ਹਾਂ ਇਹ ਬੇਸੁਰੇ ਹੋਏ ਹੋਏ ਐ। ਕਾਮ ਬੇਸੁਰਾ ਹੋ ਗਿਆ, ਇੱਜ਼ਤ ਮਿੱਟੀ 'ਚ ਮਿਲਾ ਦੂ। ਕ੍ਰੋਧ ਬੇਸੁਰਾ ਹੋ ਗਿਆ, ਕਤਲ ਕਰਾ ਦੂਗਾ। ਲੋਭ, ਆ ਲੋਭ ਨੇ ਮਾਰਤਾ ਸੀ ਗੰਗੂ ਬ੍ਰਾਹਮਣ ਨੂੰ। ਇਹ ਬੇਸੁਰੇ ਹੋਏ ਨੇ। ਜਦੋਂ ਸੁਰ 'ਚ ਆ ਗਏ ਜਿਹੜਾ ਕਾਮ ਹੈ, ਇਹ ਫਿਰ ਸਾਧ ਸੰਗਤ ਜੀ ਜਤ ਸਤ ਵਿੱਚ ਬਦਲ ਜੂ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣੇ ਵਾਲੀ ਅਵਸਥਾ ਬਣ ਜੂ। ਕ੍ਰੋਧ ਜਿਹੜਾ ਇਹ ਵੀਰ ਰਸ ਵਿੱਚ ਬਦਲ ਜਾਵੇਗਾ, ਵੀਰ ਰਸ 'ਚ। ਸੂਰਮਿਆਂ ਨੂੰ ਕਦੇ ਕ੍ਰੋਧ ਨਹੀਂ ਆਉਂਦਾ, ਵੀਰ ਰਸ ਆਉਂਦਾ ਹੈ। ਲੋਭ ਸੰਤੋਖ ਵਿੱਚ ਬਦਲ ਜੂਗਾ। ਮੋਹ ਜਿਹੜਾ ਹੈ ਪ੍ਰੇਮ 'ਚ ਬਦਲ ਜੂਗਾ। ਲੋਭ ਮੋਹ ਹੰਕਾਰ, ਹੰਕਾਰ ਜਿਹੜਾ ਸਵੈਮਾਨ 'ਚ ਬਦਲ ਜੂ। ਅਣਖ ਦੇ ਵਿੱਚ ਜਦੋਂ ਆਪਾਂ ਨਾਮ ਜਪਾਂਗੇ ਉਦੋਂ ਫਿਰ ਹੰਕਾਰ ਨਹੀਂ ਰਹਿਣਾ, ਅਣਖ ਜ਼ਮੀਰ ਜਾਗ ਪੈਂਦੀ ਹੈ ਸੁੱਤੀ ਹੋਈ। ਸੋ ਭਾਈ ਸਤਿਗੁਰੂ ਕਹਿੰਦੇ ਜਿਹੜੇ ਰਸਨਾ ਦੁਆਰਾ ਨਾਮ ਜਪਦੇ ਨੇ, ਕੰਨਾਂ ਦੁਆਰਾ ਸੁਣਦੇ ਐ, ਉਹਨਾਂ ਨੇ ਸੰਸਾਰ ਸਾਗਰ ਦੇ ਵਿੱਚੋਂ ਤਰ ਗਏ। ਉਧਰੇ ਤੋਂ ਭਾਵ ਤਰ ਗਿਆ, ਉਹਨਾਂ ਦਾ ਜੀਵਨ ਰੂਪੀ ਬੇੜਾ ਤਰ ਜਾਂਦਾ ਤੇ ਵਿਕਾਰਾਂ ਦੇ ਕਿਲੇ ਨੂੰ, ਵਿਸ਼ੇ ਵਿਕਾਰਾਂ ਦੇ ਕਿਲੇ ਨੂੰ ਜਿੱਤ ਲੈਂਦੇ ਹਨ। ਉਹ ਨਾਨਕ ਲੜ ਲਾਏ ਉਧਾਰਿਆਨ, ਦਈਓ ਸੇਵ ਅਮਿਤਾ। ਨਾਨਕ ਲੜ ਲਾਏ ਉਧਾਰਿਆਨ। ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਨੂੰ ਫਿਰ ਆਪਣੇ ਲੜ ਲਾ ਕੇ ਉਹਨਾਂ ਦਾ ਉਧਾਰ ਕਰ ਦਿੰਦੇ ਨੇ। ਦਈਓ, ਇਹ ਜਿਹੜਾ ਪਾਠ ਹੈ ਨਾ, ਦੱਦਾ ਯਈਏ ਨੂੰ ਔਂਕੜ, ਇਹਨੂੰ ਦਈਓ ਪਾਠ ਕਰਨਾ ਹੈ। ਦਈਓ, ਦੈ ਪਾਠ ਨਹੀਂ ਕਰਨਾ। ਕਈ ਦੈ ਪਾਠ ਕਰਦੇ ਨੇ। ਦਈਓ, ਦਈਓ ਤੋਂ ਭਾਵ ਪ੍ਰੇਰਕ ਪਰਮਾਤਮਾ। ਦਈਓ ਦਾ ਅਰਥ ਹੁੰਦਾ ਪ੍ਰੇਰਕ ਪਰਮਾਤਮਾ। ਉਹਨਾਂ ਨੂੰ ਆਪਣੇ ਲੜ ਲਾ ਕੇ ਉਹਨਾਂ ਦਾ ਆਧਾਰ ਕਰ ਦਿੰਦਾ। ਸੇਵ ਅਮਿਤਾ, ਸੇਵ ਆਮਿਤਾ ਤੋਂ ਭਾਵ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ,
ਉਹਨਾਂ ਨੂੰ ਫਿਰ ਆਪਣੇ ਲੜ ਲਾ ਕੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਸੰਸਾਰ ਜੀਵਨ ਦਾ ਬੇੜਾ ਸੰਸਾਰ ਰੂਪੀ ਭਵ ਸਾਗਰ ਦੇ ਵਿੱਚੋਂ ਮਹਾਰਾਜ ਪਾਰ ਕਰ ਦਿੰਦੇ ਹਨ। ਸੋ ਸਮਾਂ ਵੀ ਹੋ ਲਿਆ, ਇੱਥੇ ਸ਼ਬਦ ਦੀ ਸਮਾਪਤੀ ਹੈ। ਵੱਧ ਤੋਂ ਵੱਧ ਸਮਾਂ ਜੋ ਅੱਜ ਆਪਾਂ ਸ਼ਬਦ ਸਰਵਣ ਕੀਤਾ ਹੈ, ਰਸਨਾ ਦੁਆਰਾ ਨਾਮ ਨੂੰ ਪਹਿਲਾਂ ਜਪਣਾ ਸ਼ੁਰੂ ਕਰਨਾ, ਬੈਖਰੀ ਬਾਣੀ ਦੁਆਰਾ। ਪਰਾ ਪਸੰਤੀ ਮਧਮਾ ਬੈਖਰੀ 4 ਬਾਣੀਆਂ ਨੇ। ਫਿਰ ਜਦੋਂ ਰਸਨਾ ਦੁਆਰਾ ਜਪਾਂਗੇ ਵਾਹਿਗੁਰੂ ਵਾਹਿਗੁਰੂ ਉੱਚਾ ਬੋਲ ਕੇ ਕੰਨ ਸਾਡੇ ਸੁਣਨਗੇ, ਹੌਲੀ ਹੌਲੀ ਸੁਰਤ ਅੰਤਰਮੁਖ ਹੁੰਦੀ ਜਾਵੇਗੀ। ਰਸਨਾ ਤੋਂ ਫਿਰ ਕੰਠ ਵਿੱਚ ਆ ਜਾਵੇਗਾ ਨਾਮ, ਫਿਰ 10 ਗੁਣਾ ਫਲ ਹੋਰ ਵੱਧ ਜੂ, ਫਿਰ ਹੌਲੀ ਹੌਲੀ ਹਿਰਦੇ 'ਚ ਆ ਜੂ, ਫਿਰ 10 ਗੁਣਾ ਫਲ ਹੋਰ ਵੱਧ ਜਾਵੇਗਾ। ਫਿਰ ਪਰਾ ਬਾਣੀ ਆਤਮਾ ਦੀ ਬਾਣੀ ਹੈ। ਇਸ ਕਰਕੇ ਪਹਿਲਾਂ ਭਾਈ ਰਸਨਾ ਦੁਆਰਾ ਜਿਵੇਂ ਜਨਰੇਟਰ ਸਟਾਰਟ ਕਰਨਾ ਹੁੰਦਾ, ਪਹਿਲਾਂ ਜਦੋਂ ਸਿਮਰਨ 'ਚ ਬੈਠਣਾ ਹੈ ਨਾ, ਪਹਿਲਾਂ ਰਸਨਾ ਦੁਆਰਾ ਜਪਣਾ ਸ਼ੁਰੂ ਕਰਨਾ ਹੈ। ਹੌਲੀ ਹੌਲੀ ਫਿਰ ਸੁਰਤ ਵਿੱਚ ਆ ਜਾਵੇਗਾ, ਫਿਰ ਸਾਡਾ ਆਧਾਰ ਹੋਵੇਗਾ। ਸਤਿਗੁਰੂ ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਖੇਵਾ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰਾਂਗੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਸੱਜਣ, ਪ੍ਰਧਾਨ ਸਾਹਿਬ, ਦਿੱਲੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕਰਮਸਰ ਸਾਹਿਬ, ਸਾਡੇ ਸਿੰਘ ਸਾਹਿਬ ਜੀ, ਸਾਰੀਆਂ ਸੰਗਤਾਂ, 2.5-3 ਸਾਲ ਹੋ ਗਏ ਤੁਹਾਡੀ ਚਰਨ ਧੂੜ ਲੈਂਦਿਆਂ ਨੂੰ। ਬੜਾ ਤੁਸੀਂ ਪ੍ਰੇਮ ਬਖਸ਼ਦੇ ਹੋ, ਇਸੇ ਤਰ੍ਹਾਂ ਪਿਆਰ ਬਖਸ਼ਦੇ ਰਹੋ। ਸਤਿਗੁਰੂ ਕਿਰਪਾ ਕਰਨ। ਅਰਦਾਸ ਕਰੋ, ਤੇਰੀ ਪਣੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਬੰਦਗੀ ਦੀ ਦਾਤ ਮਹਾਰਾਜ ਸਾਡੀ ਝੋਲੀ ਪਾ ਦਿਓ। ਇਹ ਬੇਨਤੀ ਅਕਾਲ ਪੁਰਖ ਦੇ ਚਰਨਾਂ 'ਚ ਕਰੋ ਜੀ। ਸੰਸਾਰ ਸਾਗਰ ਤੇ ਉਦਰੇ, ਵਿਖਿਆ ਗੜ ਜੀਤਾ। ਨਾਨਕ ਲੜ ਲਾਏ ਉਧਾਰਿਅਨ, ਦਈਓ ਸੇਵ ਅਮਿਤਾ। ਨਾਨਕ ਲੜ ਲਾਏ ਉਧਾਰਿਅਨ, ਦਈਓ ਸੇਵ ਅਮਿਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।